ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਇੰਡੀਆ ਨਿਊਜ਼ ਪੰਜਾਬ ਤੇ ਸਾਰੇ ਦਰਸ਼ਕਾਂ ਦਾ। ਮੈਂ ਤੁਹਾਡੇ ਨਾਲ ਮਨਪ੍ਰੀਤ ਗਿੱਲ ਹਾਜ਼ਰ ਹਾਂ ਬੁਲੇਟਿਨ ਲੈ ਕੇ ਤੇ ਅੱਜ ਚਰਚਾ ਕਰਾਂਗੇ ਖਾਸ ਮੁੱਦੇ ਤੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਸੁਰੱਖਿਆ ਦਿੱਤੀ ਹੁੰਦੀ ਸੀ ਵੀਆਈਪੀ ਵਿਅਕਤੀਆਂ ਨੂੰ ਉਸ ਤੇ ਕੈਂਚੀ ਫੇਰ ਦਿੱਤੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇਹ ਕਦਮ ਲਿਆ ਹੈ ਕਿ ਜੋ ਇਸ ਸਮੇਂ ਵਿਧਾਇਕ ਨਹੀਂ ਜਾਣੀ ਕਿ ਸਾਬਕਾ ਵਿਧਾਇਕ ਨੇ ਜਾਂ ਸਾਬਕਾ ਅਫਸਰ ਨੇ ਉਹਨਾਂ ਦੀ ਕਟੌਤੀ ਕੀਤੀ ਹੈ ਸੁਰੱਖਿਆ ਦੇ ਵਿੱਚ। ਕਈ ਨਾਮ ਸੀ ਜੇ ਇੱਕ ਸੂਚੀ ਬਣਦੀ ਹੈ, ਕਈ ਪੇਜਾਂ ਦੀ ਸੂਚੀ ਹੁੰਦੀ ਹੈ, ਬਹੁਤ ਵੱਡੀ ਸੂਚੀ ਹੁੰਦੀ ਹੈ ਜਿਸ ਦੇ ਵਿੱਚ 424 ਵੀਆਈਪੀ ਵਿਅਕਤੀਆਂ ਦੇ ਨਾਮ ਸ਼ਾਮਲ ਹੁੰਦੇ ਨੇ ਜਿਨ੍ਹਾਂ ਦੀ ਸੁਰੱਖਿਆ ਦੇ ਵਿੱਚ ਜੋ ਘਟਾਈ ਗਈ ਹੈ ਸੁਰੱਖਿਆ, ਉਹਨਾਂ ਦੀ ਸੁਰੱਖਿਆ ਦੇ ਵਿੱਚ ਘਾਟਾ ਕੀਤਾ ਗਿਆ। ਕਈ ਸੁਰੱਖਿਆ ਕਰਮੀ ਨਾਲ ਲੈ ਕੇ ਘੁੰਮਦੇ ਸੀ, ਸਾਬਕਾ ਵਿਧਾਇਕ, ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਅਫਸਰ, ਤੇ ਹੁਣ ਉਹਨਾਂ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਦਮ ਇਸੇ ਕਰਕੇ ਲਿਆ ਕਿ ਸਰਕਾਰੀ ਖਜ਼ਾਨੇ ਨੂੰ ਖੋਰਾ ਲੱਗ ਰਿਹਾ, ਖਰਚਾ ਜ਼ਿਆਦਾ ਪੈ ਰਿਹਾ ਨਜਾਇਜ਼ ਤੌਰ ਤੇ ਜੇ ਉਹ ਪੁਲਿਸ ਕਰਮੀ ਨੇ ਜਿਹੜੇ ਸੁਰੱਖਿਆ ਅਫਸਰ ਸੀ ਜਿਹੜੇ ਇਹਨਾਂ ਵੀਆਈਪੀ ਵਿਅਕਤੀਆਂ ਦੀ ਸੁਰੱਖਿਆ ਦੇ ਵਿੱਚ ਸੀ ਉਹਨਾਂ ਤੋਂ ਹੋਰ ਕੰਮ ਲਿਆ ਜਾ ਸਕਦਾ। ਤੇ ਮੁੱਦਾ ਸਭ ਤੋਂ ਵੱਧ ਉੱਭਰਿਆ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਨ੍ਹਾਂ ਦੇ 6 ਸੁਰੱਖਿਆ ਕਰਮੀ ਸੀ, ਸਰਕਾਰ ਨੇ 3 ਸੁਰੱਖਿਆ ਕਰਮੀ ਉਹਨਾਂ ਦੇ ਵਾਪਸ ਲੈ ਲਏ ਸੀ, 3 ਸੁਰੱਖਿਆ ਕਰਮੀ ਰਹਿ ਗਏ ਸੀ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ 3 ਸੁਰੱਖਿਆ ਕਰਮੀ ਸਰਕਾਰ ਨੇ ਉਹਨਾਂ ਕੋਲ ਛੱਡ ਦਿੱਤੇ ਸੀ ਉਹਨਾਂ ਨੂੰ ਵੀ ਵਾਪਸ ਕਰ ਦਿੱਤਾ। ਉਹ ਕਹਿੰਦੇ ਨੇ ਕਿ ਮੈਨੂੰ ਕਿਸੇ ਵੀ ਸੁਰੱਖਿਆ ਕਰਮੀ ਦੀ ਜ਼ਰੂਰਤ ਨਹੀਂ ਹੈ, ਸਰਕਾਰ 3 ਸੁਰੱਖਿਆ ਕਰਮੀ ਲੈਣੇ ਚਾਹੁੰਦੀ ਹੈ, 3 ਛੱਡੋ, ਮੇਰੇ ਸਾਰੇ ਸੁਰੱਖਿਆ ਕਰਮੀ ਲੈ ਲਓ। ਉਹਨਾਂ ਨੇ ਸਾਰੀ ਸੁਰੱਖਿਆ ਵਾਪਸ ਕਰ ਦਿੱਤੀ ਹੈ। ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਸਾਡੀ ਜੋ ਨੌਜਵਾਨ ਪੀੜ੍ਹੀ ਹੈ, ਸਾਡੀ ਢਾਲ ਨੌਜਵਾਨ ਪੀੜ੍ਹੀ ਹੈ ਤੇ ਐਸਜੀਪੀਸੀ ਦੇ ਵੱਲੋਂ ਫਿਰ ਇੱਕ ਹੋਰ ਫੈਸਲਾ ਲੈ ਲਿਆ ਜਾਂਦਾ। ਐਸਜੀਪੀਸੀ ਦੇ ਜੋ ਮੈਂਬਰ ਨੇ ਉਹ ਕਹਿੰਦੇ ਨੇ ਕਿ ਅਸੀਂ ਸੁਰੱਖਿਆ ਕਰਾਂਗੇ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ, ਤੇ ਹੋਰ ਵੀ ਕਈ ਮੈਂਬਰ ਸੀ, 424 ਜੋ ਲੋਕ ਸੀ ਜਿਨ੍ਹਾਂ ਦੀ ਸੁਰੱਖਿਆ ਵਾਪਸ ਲਈ ਹੈ। ਮੈਨੂੰ ਕਿਹੜੇ ਜੁੜ ਗਏ? ਭਗਵੰਤ ਸਿੰਘ ਮਾਨ ਦੀ ਜੋ ਅਗਵਾਈ ਵਾਲੀ ਪੰਜਾਬ ਸਰਕਾਰ ਉਸਨੇ ਸੂਬੇ ਦੇ ਵਿੱਚ ਵੀਆਈਪੀ ਸੁਰੱਖਿਆ ਤੇ ਵੱਡਾ ਐਕਸ਼ਨ ਲਿਆ। ਸਰਕਾਰ ਨੇ ਕਈ ਅਹਿਮ ਸ਼ਖਸੀਅਤਾਂ ਦੇ ਸਮੇਤ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਜ਼ਿਕਰਯੋਗ ਇਹ ਵੀ ਹੈ ਕਿ ਜਿਸ ਦੇ ਵਿੱਚ ਗਾਇਕ ਕਾਂਗਰਸੀ ਆਗੂ ਹੈ ਸਿੱਧੂ ਮੂਸੇਵਾਲਾ ਉਹ ਵੀ ਸ਼ਾਮਲ ਹੈ, ਰਾਣਾ ਕੇਪੀ ਸਿੰਘ, ਵਿਕਰਮ ਮਜੀਠੀਆ ਦੀ ਪਤਨੀ ਗਰਨੀਵ ਕੌਰ ਤੇ ਬਲਵਿੰਦਰ ਸਿੰਘ ਲਾਡੀ, ਦਵਿੰਦਰ ਘੁਬਾਇਆ, ਹਰਦਿਆਲ ਕੰਬੋਜ, ਜਗਦੇਵ ਕਮਾਲੂ ਤੇ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਰੁਪਿੰਦਰ ਰੂਬੀ, ਸੁਖਦੇਵ ਸਿੰਘ ਢੀਂਡਸਾ, ਨਿਰਮਲ ਸਿੰਘ ਸ਼ੁਤਰਾਣਾ, ਇਹਨਾਂ ਦੇ ਸਮੇਤ 424 ਲੋਕ ਹੋਰ ਨੇ ਜਿਨ੍ਹਾਂ ਦੀ ਸੁਰੱਖਿਆ ਵਾਪਸ ਲਈ ਹੈ। ਤੇ ਮੁੱਦਾ ਉਸ ਸਮੇਂ ਉੱਭਰਦਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖਤ ਸ਼੍ਰੀ ਦਮਦਮਾ ਸਾਹਿਬ ਨੇ ਉਹਨਾਂ ਨੇ ਵੀ ਜੋ ਸੁਰੱਖਿਆ ਮਿਲੀ ਹੋਈ ਸੀ ਉਹ ਵੀ ਪੰਜਾਬ ਪੁਲਿਸ ਨੂੰ ਜੋ ਸਮੁੱਚੀ ਟੀਮ ਹੈ ਜੋ ਵਾਪਸ ਭੇਜ ਦਿੱਤੀ ਹੈ। ਤੇ ਜਾਣਕਾਰੀ ਦੇ ਮੁਤਾਬਿਕ ਸਿੰਘ ਸਾਹਿਬ ਨੂੰ ਪੰਜਾਬ ਪੁਲਿਸ ਦੇ ਵੱਲੋਂ 6 ਸੁਰੱਖਿਆ ਕਰਮੀ ਅਤੇ ਇੱਕ ਗੱਡੀ ਮੁਹੱਈਆ ਕਰਵਾਈ ਗਈ ਸੀ। ਪਤਾ ਇਹ ਵੀ ਲੱਗਿਆ ਕਿ ਪੰਜਾਬ ਸਰਕਾਰ ਨੇ ਅੱਜ ਇਹਨਾਂ ਦੇ ਵਿੱਚੋਂ 3 ਸੁਰੱਖਿਆ ਮੁਲਾਜ਼ਮ ਵਾਪਸ ਬੁਲਾ ਲਏ ਨੇ। ਹਾਲਾਂਕਿ ਇਸ ਦੀ ਅਪਰਾਧਿਕ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ ਕਿ ਅਧਿਕਾਰੀ ਕਿੰਨੇ ਸੀ ਜਾਂ ਅਧਿਕਾਰੀ ਕਿਸੇ ਨੇ ਜੋ ਵਾਪਸ ਗਏ ਨੇ। ਤਾਂ ਸਿੰਘ ਸਾਹਿਬ ਨੇ ਜੋ ਸੰਪਰਕ ਦੇ ਨਾਲ ਇਹ ਦੱਸਿਆ ਕਿ ਉਹਨਾਂ ਦੀ ਸੁਰੱਖਿਆ ਦੇ ਲਈ ਨੌਜਵਾਨ ਸਿੱਖ ਕਾਫੀ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅੱਜ ਸਮੁੱਚੀ ਸਰਕਾਰੀ ਸੁਰੱਖਿਆ ਜੋ ਵਾਪਸ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਤੇ ਜਥੇਦਾਰ ਜੀ ਦੀ ਦਮਦਮੀ ਸਾਹਿਬ ਵਿਚਲੀ ਜੋ ਰਿਹਾਇਸ਼ ਹੈ ਉਸ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਨਿਰਦੇਸ਼ ਦੇ ਦਿੱਤੇ ਨੇ ਤੇ ਉਹਨਾਂ ਦੇ ਨਿਰਦੇਸ਼ਾਂ ਤੇ ਐਸਜੀਪੀਸੀ ਦੇ ਵੱਲੋਂ 4 ਸੁਰੱਖਿਆ ਮੁਲਾਜ਼ਮ ਤੈਨਾਤ ਵੀ ਕਰ ਦਿੱਤੇ ਗਏ ਨੇ। ਤੇ ਮੌਕੇ ਤੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਤਜਿੰਦਰ ਸਿੰਘ ਉਹ ਕਹਿੰਦੇ ਨੇ ਕਿ ਸਿੰਘ ਸਾਹਿਬ ਦੀ ਸੁਰੱਖਿਆ ਕਿਸੇ ਵੀ ਸਰਕਾਰ ਦੀ ਮੁਹਤਾਜ ਨਹੀਂ ਹੈ। ਐਸਜੀਪੀਸੀ ਦੇ ਵੱਲੋਂ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਕਿ ਸਾਨੂੰ ਜ਼ਰੂਰਤ ਹੀ ਨਹੀਂ ਹੈ ਸਰਕਾਰੀ ਸੁਰੱਖਿਆ ਦੀ। ਹਜੇ ਹੋਰ ਸੁਰੱਖਿਆ ਵਾਪਸੀ ਨੂੰ ਲੈ ਕੇ ਜੋ ਸਿਆਸੀ ਆਗੂ ਨੇ ਜਾਂ ਹੋਰ ਵੀਆਈਪੀ ਲੋਕ ਸੀ ਉਹਨਾਂ ਦੀ ਪ੍ਰਤੀਕਿਰਿਆ ਨਹੀਂ ਗਈ ਹੈ, ਪਰ ਜ਼ਿਆਦਾਤਰ ਕਾਂਗਰਸੀ ਜੋ ਆਗੂ ਸੀ ਉਹਨਾਂ ਦੀ ਸੁਰੱਖਿਆ ਵੀ ਵਾਪਸ ਲਈ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ
ਤੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਕਈ ਉਹਨਾਂ ਦੇ ਚਹੇਤਿਆਂ ਨੂੰ ਵੀ ਸੁਰੱਖਿਆ ਕਰਮੀ ਮਿਲੇ ਹੋਏ ਸੀ, ਗੱਡੀਆਂ ਮਿਲੀਆਂ ਹੋਈਆਂ ਸੀ। ਜਿਵੇਂ ਗਾਇਕ ਸਿੱਧੂ ਮੂਸੇਵਾਲਾ ਜੋ ਉਮੀਦਵਾਰ ਹੀ ਸੀ ਸਿਰਫ ਕਾਂਗਰਸ ਆਗੂ ਦਾ ਮਾਨਸਾ ਤੋਂ, ਉਸ ਦੀ ਸੁਰੱਖਿਆ ਵੀ ਵਾਪਸ ਲਈ ਗਈ ਹੈ, ਉਸ ਦੀ ਸੁਰੱਖਿਆ ਕਰਮੀ ਵੀ ਉਹਨਾਂ ਤੇ ਵੀ ਕੈਂਚੀ ਫੇਰੀ ਗਈ ਹੈ। ਤਾਂ ਇਸ ਸੁਰੱਖਿਆ ਕਰਮੀਆਂ ਦੀ ਵਾਪਸੀ ਨੂੰ ਲੈ ਕੇ ਜੋ ਐਜੀਪੀਸੀ ਦੀ ਪ੍ਰਤੀਕਿਰਿਆ ਹੈ, ਜੋ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦੀ ਪ੍ਰਤੀਕਿਰਿਆ ਹੈ ਕਿ ਸੁਰੱਖਿਆ ਵਾਪਸ ਲਈ ਹੈ, ਕੀ ਕੁਝ ਕਿਹਾ ਉਹਨਾਂ ਨੇ ਉਹ ਵੀ ਜਾਣ ਲੈਂਦੇ ਹਾਂ। ਮੈਨੂੰ ਤਾਂ ਕੋਈ ਬਹੁਤਾ ਪਤਾ ਨਹੀਂ ਹੈ। ਕੋਈ ਮੁੰਡੇ ਦੱਸਦੇ ਆ ਵੀ ਫੋਨ ਆਇਆ ਕਿ ਸਾਨੂੰ ਵਾਪਸ ਬੁਲਾਇਆ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਬਾਕੀ ਜਿਹੜੇ ਅੱਧੀ ਜਿਹੜੀ ਸੀਗੀ ਕੁਛ ਮੁੰਡੇ ਸੀਗੇ ਉਹ ਅਕਾਲ ਤਖਤ ਸਾਹਿਬ ਵੱਲੋਂ ਮੈਂ ਸੈਕਟਰੀ ਨੂੰ ਕਹਿਤਾ ਕਿ ਸਰਕਾਰ ਨਾਲ ਗੱਲ ਕਰਕੇ ਇਹ ਜਿਹੜੇ ਹੈਗੇ ਆ ਇਹ ਵੀ ਵਾਪਸ ਜਿਹੜੇ ਆ ਉਹ ਲੈ ਜਾਣ, ਕਿਉਂਕਿ ਸਾਨੂੰ ਕਿਸੇ ਸਿਕਿਉਰਿਟੀ ਦੀ ਖਾਸ ਤੌਰ 'ਤੇ ਪੰਜਾਬ ਸਰਕਾਰ ਦੀ ਸਿਕਿਉਰਿਟੀ ਦੀ ਜਿਹੜੀ ਹੈ ਲੋੜ ਨਹੀਂ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਭਲਾ ਹੋਆ ਮੇਰਾ ਚਰਖਾ ਟੁੱਟਾ ਜਿੰਦਾ ਜ਼ੱਬ ਛੁੱਟੀ। ਖਾਲਸਾ ਪੰਥ ਸਾਡੇ ਸਿੱਖ ਨੌਜਵਾਨ ਸਿਕਿਉਰਿਟੀ ਕਰਨ ਲਈ ਕਾਫੀ ਹੈ, ਪੰਜਾਬ ਸਰਕਾਰ ਦੀ ਕੋਈ ਸਿਕਿਉਰਿਟੀ ਦੀ ਲੋੜ ਨਹੀਂ। ਜਿਹੜੀ ਬਾਕੀ ਹੈਗੀ ਉਹ ਅਸੀਂ ਖੁਦ ਵਾਪਸ ਕਰ ਰਹੇ। ਮੇਰੇ ਕੋਲ 5-6 ਬੰਦੇ ਸੀ ਜਿਹਦੇ 'ਚੋਂ ਅੱਧੇ ਵਾਪਸ ਲੈ ਲਏ, ਅੱਧੇ ਅਸੀਂ ਖੁਦ ਵਾਪਸ ਕਰ ਰਹੇ। ਮੈਨੂੰ ਤਾਂ ਕੋਈ ਬਹੁਤਾ ਪਤਾ ਨਹੀਂ ਹੈ। ਕੋਈ ਮੁੰਡੇ ਦੱਸਦੇ ਆ ਵੀ ਫੋਨ ਆਇਆ ਕਿ ਸਾਨੂੰ ਵਾਪਸ ਬੁਲਾਇਆ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਬਾਕੀ ਜਿਹੜੇ ਅੱਧੀ ਜਿਹੜੀ ਸੀਗੀ ਕੁਛ ਮੁੰਡੇ ਸੀਗੇ ਉਹ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੀ ਬਿਆਨ ਤੁਸੀਂ ਸੁਣੇ ਨੇ। ਤਾਂ ਇਸੇ ਮੁੱਦੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਵੱਖ-ਵੱਖ ਪਾਰਟੀਆਂ ਦੇ ਆਗੂ ਜੁੜੇ ਨੇ, ਜਿਨ੍ਹਾਂ ਦਾ ਆਪਾਂ ਸਵਾਗਤ ਕਰਾਂਗੇ, ਜਿਨ੍ਹਾਂ ਦੇ ਨਾਮ ਵੀ ਤੁਹਾਨੂੰ ਦੱਸ ਦਿੰਦੇ ਹਾਂ। ਬੀਜੇਪੀ ਤੋਂ ਨੇ ਐਡਵੋਕੇਟ ਨਰੰਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸੁਰੀਤ ਸਿੰਘ, ਤੇ ਵਿਨੋਦ ਭਾਰਤੀ ਕਾਂਗਰਸ ਤੋਂ ਨੇ। तमाम ਜੋ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਇੰਡੀਆ ਨਿਊਜ਼ ਪੰਜਾਬ ਤੇ, ਜਿਨ੍ਹਾਂ ਨੇ ਸਮਾਂ ਕੱਢਿਆ ਹੈ ਅੱਜ ਦੀ ਚਰਚਾ ਨੂੰ ਲੈ ਕੇ। तो सब तो पहला शुरुआत करांगे एचजीपीसी मैंबर यानी कि श्रोमणी गुरुद्वारा प्रबंधक कमेटी के मैंबर सुरीत सिंह उन्हां तो। सुरीत जी, जथेदार ज्ञानी हरप्रीत सिंह उन्हां दे कोल करीब 5 ਤੋਂ 6 सुरक्षा कर्मी सी, जिन्हां ते कैंची फेरी है पंजाब सरकार ने। 3 सुरक्षा कर्मी उस तो वापस ले ली सी। ते हरप्रीत सिंह उन्हां दे बयान फिर आउंदे ने, वो कहंदे ने कि जेकर तुसीं 3 सुरक्षा कर्मी वापस लैंदे हो, सानूं होर भी जो रहिंदे ने सुरक्षा कर्मी 3 उन्हां दे भी जरूरत नहीं है, उन्होंने सारी सुरक्षा कर्मी वापस करते। वो कहंदे ने नौजवान साडे हैगे ने सुरक्षा साडी करन दे लई। तां इस संबंधी की कहना है एचजीपीसी दा, असीं तुहाडे तो जानना चाहांगे, क्योंकि एचजीपीसी दे वल्लों हुण जो सुरक्षा की जिम्मेवारी ली गई है। मैनू क्या जी जी बिल्कुल सुरीत जी, बिल्कुल। मेरा सवाल तुहाडे तो यही सी, मैं दोबारा रिपीट कर देना है तुहाडे कोल कि जथेदार ज्ञानी हरप्रीत सिंह उन्हां कोल सुरक्षा कर्मी सी, जो उन्हां दे विचों कुछ सुरक्षा कर्मियों ते कैंची फेर दित्ती है, ते बाकी रहिंदे सुरक्षा कर्मी भी वापस कर दिते ने जथेदार साहिब ने। वो कहंदे ने कि सानूं किसी भी सुरक्षा कर्मी की जरूरत नहीं, जो सरकार दिंदी है, सानूं सरकारी सुरक्षा की जरूरत नहीं, साडे नौजवान काफ़ी ने साडी सुरक्षा करन दे लई। तां एचजीपीसी ने जिम्मेवारी लई है जथेदार साहिब की जो सुरक्षा की। तो असीं एचजीपीसी तो ही जानना चाहांगे, किवें देखदे हो सुरजीत सिंह जी, तुसीं एचजीपीसी दे मैंबर हो। वेखो जी, श्रोमणी गुरुद्वारा प्रबंधक कमेटी सिखां दी सरमौर संस्था है और श्री अकाल तख्त साडी बहुत वड्डी संस्था है। ਇਹਨੂੰ ਬਣਾਉਣ ਵਾਸਤੇ, ਇਹਦੀ ਉਸਾਰੀ ਕਰਨ ਵਾਸਤੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ 6ਵੀਂ ਪਾਤਸ਼ਾਹੀ ਤੇ ਧੰਨ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਉੱਥੇ ਇੱਟਾਂ ਲਾ ਕੇ ਨੀਂਹ ਰੱਖ ਕੇ ਉਸ ਤਖਤ ਨੂੰ ਬਣਾਇਆ ਸੀ। ਔਰ ਉਹ ਤਖਤ ਦਿੱਲੀ ਮੁਗਲ ਸਾਮਰਾਜ ਵੇਲੇ ਦਿੱਲੀ ਦੇ ਤਖਤ ਤੋਂ ਉੱਪਰ ਬਣਾਇਆ ਸੀ। ਔਰ ਉਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜੇ ਜਿੰਨਾ ਸਾਡਾ ਸਰਵਉੱਚ ਸਥਾਨ ਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਡੇ ਕੌਮ ਲਈ, ਦੇਸ਼ 'ਚ ਵਸਦਿਆਂ ਤੇ ਵਿਦੇਸ਼ 'ਚ ਵਸਦੇ ਸਿੱਖਾਂ ਲਈ ਬਹੁਤ ਵੱਡੀ ਗੱਲ ਆ ਔਰ ਵੱਡਾ ਸਨਮਾਨ ਆ ਸਾਡੇ ਲਈ ਉਹਨਾਂ ਪ੍ਰਤੀ। ਅੱਜ ਜਿਹੜੀ ਇਹ ਸਿਕਿਉਰਿਟੀ ਦੀ ਗੱਲ ਕਰਦੇ ਆ, ਮਾਨ ਸਾਹਿਬ ਨੇ ਵਾਪਸ ਲਈ ਵਾਲੀ ਗੱਲ ਕਰਦੇ ਆ, ਸ਼੍ਰੀ ਅਕਾਲ ਤਖਤ ਸਾਹਿਬ ਨੇ ਕਦੀ ਸਿਕਿਉਰਿਟੀ ਮੰਗੀ ਨਹੀਂ, ਕਦੀ ਨਹੀਂ ਸਿਕਿਉਰਿਟੀ ਮੰਗੀ। पर ਜਿਹੜੀਆਂ ਸਮੇਂ ਦੀਆਂ ਸਰਕਾਰਾਂ ਸ਼ੁਰੂ ਤੋਂ ਲੱਗ ਕੇ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਨੇ ਪ੍ਰੋਟੋਕੋਲ ਦੇ ਆਧਾਰ ਤੇ ਉਹਨਾਂ ਦਾ ਐਜ ਏ ਰਿਸਪੈਕਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਿਕਿਉਰਿਟੀ ਦਿੰਦੇ ਸੀ। ਸਾਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ।
ਜੇ ਅੱਜ ਮਾਨ ਸਾਹਿਬ ਨੇ ਇਹ ਸਿਕਿਉਰਿਟੀ ਤੋਂ ਸ਼ਾਇਦ ਮਾਨ ਸਾਹਿਬ ਸੋਚਦੇ ਆ ਕਿ ਸ਼ਾਇਦ ਪੋਲੀਟੀਕਲ ਬੰਦਿਆਂ ਦੀ ਕਈ ਜਾਂ ਹੋਰਨਾਂ ਦੀ ਸਿਕਿਉਰਿਟੀ ਵਾਪਸ ਲਈ ਹੈ ਤੇ ਉਹ ਮੇਰੇ ਕੋਲ ਆਏ ਆ, ਮੇਰੇ ਕੋਲ ਸਿਕਿਉਰਿਟੀ ਦੀ ਮੰਗ ਕਰਨਗੇ। ਇੱਕ ਗੱਲ ਪਿਛਲੇ ਦਿਨਾਂ 'ਚ ਸਿੰਘ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਸਾਨੂੰ ਸਿੱਖਾਂ ਦੇ ਬੱਚਿਆਂ ਨੂੰ ਹਥਿਆਰਬੰਦ ਹੋਣਾ ਚਾਹੀਦਾ। ਬਿਲਕੁਲ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਅੰਮ੍ਰਿਤ ਛਕਾ ਕੇ ਹਥਿਆਰਬੰਦ ਕਰ ਲਈ ਕਿਹਾ ਸੀ, ਔਰ ਅਸੀਂ ਮਤਲਬ ਸਾਰੇ ਹਥਿਆਰਬੰਦ ਨੇ। ਸੋ ਇਸ ਵਾਸਤੇ ਅਸੀਂ ਆਪ ਸਿਕਿਉਰਿਟੀ ਕਰਨੀ ਜਾਣਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਟਾਸਕ ਫੋਰਸ ਆ, ਸਾਨੂੰ ਤੇ ਬਾਹਰਲੇ ਦੇਸ਼ਾਂ ਤੋਂ ਫੋਨ ਆ ਰਹੇ ਆ, ਲੋਕਲ ਫੋਨ ਆ ਰਹੇ ਆ ਵੀ ਜੇ ਤੁਹਾਨੂੰ ਸਿਕਿਉਰਿਟੀ ਦੀ ਜ਼ਰੂਰਤ ਆ ਅਸੀਂ ਜਾ ਕੇ ਸਿਕਿਉਰਿਟੀ ਕਰਾਂਗੇ, ਸਿੰਘ ਸਾਹਿਬ ਦੀ ਸਿਕਿਉਰਿਟੀ ਕਰਾਂਗੇ। ਔਰ ਸਾਰੇ ਹੀ ਦੇਸ਼ ਜਿੱਥੇ ਸਿੱਖ ਵਸਦਾ ਸਾਰੀ ਦੁਨੀਆ 'ਚ, ਔਰ ਸਾਰਿਆਂ ਨੂੰ ਇਹ ਮਹਿਸੂਸ ਹੋਇਆ ਕਿ ਇਸ ਸਰਕਾਰ ਨੇ ਇਹ ਜਿਹੜਾ ਭੱਦਾ ਫੈਸਲਾ ਲਿਆ ਇਹ ਬਹੁਤ ਮਾੜਾ ਫੈਸਲਾ ਸੀ। ਔਰ ਮੈਂ ਮਹਿਸੂਸ ਕਰਦਾ ਇਹਨਾਂ ਨੇ ਲਿਸਟ 'ਚ ਪਾ ਕੇ ਨਾ ਸਿੰਘ ਸਾਹਿਬ ਦਾ ਲਿਸਟ 70ਵੇਂ ਨੰਬਰ ਤੇ ਨਾ ਪਾ ਕੇ ਸਿਕਿਉਰਿਟੀ ਵਾਪਸ ਲੈਣ ਦੀ ਗੱਲ ਕੀਤੀ ਆ। ਔਰ ਮੈਂ ਮਾਨ ਸਾਹਿਬ ਨੂੰ ਕਹਿਦਾ ਕਿ ਮਾਨ ਸਾਹਿਬ ਤੁਹਾਡੀ ਸਿਕਿਉਰਿਟੀ ਦੀ ਸਿੰਘ ਸਾਹਿਬ ਨੂੰ ਕੋਈ ਜ਼ਰੂਰਤ ਨਹੀਂ, ਸਿੰਘ ਸਾਹਿਬ ਦੀ ਸਿਕਿਉਰਿਟੀ ਕਰਨ ਵਾਸਤੇ ਅਸੀਂ ਬੈਠੇ ਆ ਜੀ। ਸਾਡੇ ਕੋਲ ਸਾਰੇ ਸਿੱਖ ਬੈਠੇ ਆ, ਨੌਜਵਾਨ ਸਾਡੇ ਬੈਠੇ ਆ, ਅਸੀਂ ਸਿਕਿਉਰਿਟੀ ਕਰਨੀ ਆ, ਅਸੀਂ ਕਰਨੀ ਜਾਣਦੇ ਆ। ਸੋ ਇਹ ਜਿਹੜੀਆਂ ਗੱਲਾਂ ਜੇ ਆਪਾਂ ਝਾਤੀ ਮਾਰੀਏ ਤੇ ਮੈਂ ਮਹਿਸੂਸ ਕਰਦਾ ਵੀ ਕੇਜਰੀਵਾਲ ਸਾਹਿਬ ਦੀ ਸਿਕਿਉਰਿਟੀ 90 ਬੰਦੇ ਉੱਥੇ ਜਾਣ ਦੀ ਕੀ ਜ਼ਰੂਰਤ ਹੈ ਜੀ? ਉਹ ਪੰਜਾਬ ਕਿਉਂ ਦੇਵੇ ਜੀ? ਦਿੱਲੀ ਸਿਕਿਉਰਿਟੀ ਦੇਵੇ ਉਹਨਾਂ ਨੂੰ। ਔਰ ਜੇ ਗੱਲ ਕਰਦੇ ਆ ਰਾਘਵ ਚੱਡੇ ਨੂੰ ਜੀ, ਠੀਕ ਹੈ ਸੁਰਜੀਤ ਸਿੰਘ ਜੀ, ਤੁਹਾਡੀ ਆਵਾਜ਼ ਰੁਕ ਚੁੱਕੀ ਹੈ, ਕੋਈ ਵਿਘਨ ਪੈ ਗਿਆ ਹੋਵੇਗਾ ਟੈਕਨੀਕਲ, ਕੋਈ ਗੱਲ ਨਹੀਂ, ਫਿਰ ਤੁਹਾਡੇ ਤੱਕ ਆਵਾਂਗੇ। ਤਾਂ ਹੁਣ ਰੁੱਖ ਵਿਨੋਦ ਭਾਰਤੀ ਉਹਨਾਂ ਦੇ ਵੱਲ ਕਰ ਲੈਂਦੇ ਹਾਂ, ਕਾਂਗਰਸ ਪਾਰਟੀ ਦੇ ਬੁਲਾਰੇ ਨੇ। ਵਿਨੋਦ ਜੀ, ਜ਼ਿਆਦਾਤਰ ਨਾਮ ਵਿੱਚ ਆਪਾਂ ਦੇਖਿਆ ਕਾਂਗਰਸੀ ਆਗੂਆਂ ਦੇ ਵੀ ਸ਼ਾਮਲ ਨੇ, ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕਾਂਗਰਸੀ ਆਗੂ ਜੋ ਹੈਗੇ ਸੀ, ਜਿਵੇਂ ਕਿ ਵਿਧਾਇਕ ਸੀ, ਜਿਵੇਂ ਹੁਣ ਸਾਬਕਾ ਵਿਧਾਇਕ ਹੋ ਚੁੱਕੇ ਨੇ, ਤੇ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਹ ਕਹਿੰਦੇ ਨੇ ਕਿ ਉਹਨਾਂ ਨੇ ਨਜਾਇਜ਼ ਤੌਰ ਤੇ ਜ਼ਿਆਦਾ ਸਿਕਿਉਰਿਟੀ ਦਿੱਤੀ ਹੋਈ ਸੀ, ਇੱਥੋਂ ਤੱਕ ਕਿ ਜੋ ਕਾਂਗਰਸ ਪਾਰਟੀ ਦੇ ਉਸ ਸਮੇਂ ਵਿਧਾਇਕ ਸੀ ਤਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਉਹਨਾਂ ਦੀਆਂ ਧਰਮ ਪਤਨੀਆਂ ਨੂੰ ਵੀ ਜੋ ਸੁਰੱਖਿਆ ਕਰਮੀ ਦਿੱਤੇ ਹੋਏ ਸੀ ਕਿ ਦੱਸੋ ਉਹਨਾਂ ਨੂੰ ਕੀ ਜ਼ਰੂਰਤ ਹੈ। ਮੈਂ ਨਾਮ ਲੈ ਕੇ ਤੁਹਾਨੂੰ ਦੱਸ ਦਿੰਦਾ, ਕੁਲਜੀਤ ਸਿੰਘ ਨਾਗਰਾ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਸੀ, ਉਹਨਾਂ ਦੀ ਪਤਨੀ ਮਨਦੀਪ ਕੌਰ ਨੂੰ ਵੀ ਸੁਰੱਖਿਆ ਕਰਮੀ ਮਿਲਿਆ ਹੋਇਆ ਸੀ, ਉਹ ਵੀ ਸੁਰੱਖਿਆ ਕਰਮੀ ਵਾਪਸ ਲਿਆ। ਇਸ ਤਰੀਕੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਬੇਫਜ਼ੂਲੀ ਖਰਚਾ ਕੀਤਾ ਹੋਇਆ। ਤਾਂ ਕਿਵੇਂ ਦੇਖਦੇ ਹੋ ਵਿਨੋਦ ਭਾਰਤੀ ਜੀ, ਕੀ ਕੁਝ ਕਹਿਣਾ ਤੁਹਾਡਾ, ਕੀ ਕੁਝ ਕਾਂਗਰਸ ਪਾਰਟੀ ਦਾ ਕਹਿਣਾ ਕਿ ਵਾਕਈ ਨਜਾਇਜ਼ ਤੌਰ ਤੇ ਖਰਚਾ ਸੀ ਸੁਰੱਖਿਆ ਕਰਮੀਆਂ ਦਾ, ਸੁਰੱਖਿਆ ਵਾਪਸ ਲੈ ਕੇ ਹੁਣ ਉਹ ਜੋ ਵਰਤੋਂ ਕਰਮੀਆਂ ਦੀ ਹੋਰ ਪਾਸੇ ਕੀਤੀ ਜਾ ਸਕਦੀ ਹੈ? ਤਾਂ ਕਿਵੇਂ ਦੇਖਦੇ ਆ ਕਾਂਗਰਸ ਪਾਰਟੀ, ਕੀ ਕੁਝ ਕਹਿਣਾ ਤੁਹਾਡਾ? ਵਿਨੋਦ ਜੀ, ਕੀ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ ਸਾਡੀ? ਤਾਂ ਖੈਰ ਲੱਗਦਾ ਵਿਨੋਦ ਜੀ ਤੱਕ ਵੀ ਨਹੀਂ ਆਵਾਜ਼ ਪਹੁੰਚ ਰਹੀ ਹੈ। ਐਡਵੋਕੇਟ ਨਿਰੰਗ ਬੀਜੇਪੀ ਦੇ ਆਗੂ ਨੇ, ਬੀਜੇਪੀ ਦੇ ਬੁਲਾਰੇ ਨੇ, ਸਾਡੇ ਨਾਲ ਜੁੜੇ ਹੋਏ ਨੇ। ਨਿਰੰਗ ਸਾਹਿਬ ਵੱਖ-ਵੱਖ ਪ੍ਰਤੀਕਰਮ ਆ ਰਹੇ ਨੇ ਵੱਖ-ਵੱਖ ਪਾਰਟੀਆਂ ਦੇ, ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਵੀ ਸੁਰੱਖਿਆ ਵਾਪਸ ਲਈ ਹੈ, ਉਸ ਨੂੰ ਲੈ ਕੇ ਐਸਜੀਪੀਸੀ ਨੇ ਜ਼ਿੰਮੇਵਾਰੀ ਲੈ ਲਈ ਹੈ ਕਿ ਠੀਕ ਹੈ ਅਸੀਂ ਸੁਰੱਖਿਆ ਕਰਨ ਦੇ ਲਈ ਹੈਗੇ ਹਾਂ, ਸਾਨੂੰ ਸਰਕਾਰੀ ਸੁਰੱਖਿਆ ਦੀ ਜ਼ਰੂਰਤ ਨਹੀਂ। ਤੇ ਦੂਜੇ ਪਾਸੇ ਜੇਕਰ ਆਪਾਂ ਦੇਖੀਏ ਥੋੜੇ ਬਹੁਤੇ ਬੰਦੇ ਨਹੀਂ, ਸੂਚੀ ਕਈ ਪੇਜਾਂ ਦੀ ਹੈ, 424 ਪੇਜਾਂ ਦੀ, 424 ਜਾਣੀ ਕਿ ਵਿਅਕਤੀ ਨੇ ਜਿਨ੍ਹਾਂ ਦੀ ਸੁਰੱਖਿਆ ਦੇ ਵਿੱਚ ਕੈਂਚੀ ਫੇਰੀ ਹੈ। ਤਾਂ ਕੇਂਦਰ ਦੇ ਵਿੱਚ ਹੈ ਭਾਜਪਾ ਦੀ ਸਰਕਾਰ, ਤੁਸੀਂ ਭਾਜਪਾ ਦੇ ਬੁਲਾ ਰਹੇ ਹੋ, ਕੀ ਲੱਗਦਾ ਠੀਕ ਫੈਸਲਾ ਹੈ ਸਰਕਾਰ ਦਾ ਕਿ ਵਾਧੂ ਬੋਝ ਸੀ ਖਜ਼ਾਨੇ ਤੇ, ਵਾਧੂ ਹੀ ਸੁਰੱਖਿਆ ਕਰਮੀ ਸੀ ਜਿਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਜਾਂ ਜਾਣਬੁੱਝ ਕੇ ਆਮ ਆਦਮੀ ਪਾਰਟੀ ਨੇ ਇਹ ਕਦਮ ਚੁੱਕਿਆ, ਸੁਰੱਖਿਆ ਵਾਪਸ ਲਈ ਹੈ, ਉਹਨਾਂ ਵੀਆਈਪੀਜ਼ ਨੂੰ ਜ਼ਰੂਰਤ ਸੀ ਸੁਰੱਖਿਆ ਦੀ? ਕਿਵੇਂ ਦੇਖਦੇ ਹੋ, ਤੁਹਾਡਾ ਕੀ ਕਹਿਣਾ ਹੈ ਇਸ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਫੈਸਲੇ ਤੋਂ? ਦੇਖੋ ਮਨਪ੍ਰੀਤ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਇਹ ਕੋਈ ਡਿਬੇਟ ਦਾ ਵਿਸ਼ਾ ਨਹੀਂ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਕੋਈ ਇਸ ਡਿਬੇਟ ਦੇ ਵਿੱਚ ਨੁਮਾਇੰਦਗੀ ਨਹੀਂ ਆ। ਇਸ ਤੋਂ ਪਹਿਲਾਂ ਵੀ ਮੈਂ ਕਿਸੇ ਚੈਨਲ ਤੇ ਸੀਗਾ, ਉਹਨਾਂ ਦੀ ਉੱਥੇ ਵੀ ਪ੍ਰੈਜ਼ੈਂਸ ਨਹੀਂ ਸੀਗੀ। ਤੇ ਜੇ ਉਹ ਜਿਹੜੀ ਰੂਲਿੰਗ ਪਾਰਟੀ ਦੇ ਜੋ ਕੋਈ ਸਪੋਕਸਪਰਸਨ ਹੀ ਨਹੀਂ ਆ ਤਾਂ ਆਪਣੀ ਇਸ ਮੁੱਦੇ ਤੇ ਡਿਬੇਟ ਦੀ ਬਿਲਕੁਲ ਤਾਂ ਨਿਰੰਗ ਜੀ ਆਪਾਂ ਤਾਂ ਸਿਰਫ ਪੰਜਾਬ ਦੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣੀ ਹੈ। ਕੋਈ ਇਸ਼ੂ ਹੋ ਗਿਆ ਇਸੇ ਕਰਕੇ ਨਹੀਂ ਜੁੜੇ ਆਮ ਆਦਮੀ ਪਾਰਟੀ ਦੇ ਆਗੂ? ਬਿਲਕੁਲ ਹਾਂ ਮਨਪ੍ਰੀਤ ਜੀ, ਪਰ ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਦੱਸ ਦਿਆ ਕਰੋ ਡਿਬੇਟ ਸ਼ੁਰੂ ਹੋਣ ਤੋਂ ਪਹਿਲਾਂ ਕਿ ਵੀ ਇਸ ਪਾਰਟੀ ਦੇ ਨੁਮਾਇੰਦੇ ਨੂੰ ਬੁਲਾਇਆ ਸੀ, ਉਹ ਆਇਆ, ਜਿਹੜਾ ਨਹੀਂ ਆਇਆ, ਤਾਂ ਕਿ ਇਹ ਵੀ ਪੰਜਾਬ ਦੀ ਜਨਤਾ ਨੂੰ ਪਤਾ ਲੱਗੇ ਕਿ ਉਹ ਕਿਉਂ ਨਹੀਂ ਆ ਰਿਹਾ। ਹੁਣ ਦੂਸਰਾ ਜਿਹੜਾ ਤੁਹਾਡੀ ਗੱਲ ਹੈ
ਕਿ ਇਸ ਫੈਸਲੇ ਦੀ ਦੇਖੋ ਇਹ ਜਿਹੜਾ ਸਿਕਿਉਰਿਟੀ ਵਾਪਸ ਲੈਣਾ, ਕਿਸੇ ਦੀ ਸਿਕਿਉਰਿਟੀ ਵਧਾਉਣਾ ਜਾਂ ਘਟਾਉਣਾ, ਇਹ ਪਿਓਰਲੀ ਇੰਟੈਲੀਜੈਂਸ ਦਾ ਮਸਲਾ ਹੁੰਦਾ ਹੈ। ਇੱਥੇ ਸਰਕਾਰਾਂ ਵੱਖਰੇ ਵੱਖਰੇ ਸਮੇਂ ਤੇ ਵੱਖਰੇ ਵੱਖਰੇ ਫੈਸਲੇ ਸਮੇਂ ਦੇ ਹਿਸਾਬ ਨਾਲ ਲੈਂਦੀਆਂ ਰਹਿੰਦੀਆਂ ਨੇ। ਤਾਂ ਇਹਨੂੰ ਕੋਈ ਨਾ ਤਾਂ ਹਾਈਲਾਈਟ ਕਰਨਾ ਚਾਹੀਦਾ, ਇਹ ਕਾਂਗਰਸ ਦੀ ਸਰਕਾਰਾਂ ਦੇ ਵਿੱਚ ਵੀ ਹੋਇਆ, ਸਿਕਿਉਰਿਟੀ ਘਟਦੀ ਵੱਧਦੀ ਰਹੀ ਹੈ, ਅਕਾਲੀ ਬੀਜੇਪੀ ਦੀ ਸਰਕਾਰਾਂ ਦੇ ਵਿੱਚ ਵੀ ਹੋਇਆ। ਇਹ ਆਪਾਂ ਸੂਬੇ ਦੇ ਹਾਲਾਤ ਨੂੰ, ਥ੍ਰੈਟ ਪਰਸੈਪਸ਼ਨਸ ਨੂੰ ਦੇਖ ਕੇ ਸਰਕਾਰਾਂ ਫੈਸਲਾ ਕਰਦੀਆਂ ਨੇ। ਪਰ ਇਹਨਾਂ ਦੇ ਵਿੱਚ ਇੱਕ ਅਲੱਗ ਚੀਜ਼ ਕੀ ਹੈ ਕਿ ਇਹਨਾਂ ਨੂੰ ਮਾਰਕੀਟਿੰਗ ਬੜੀ ਅੱਛੀ ਕਰਦੇ ਨੇ ਕਿ 3 ਵਾਰੀ ਸਿਕਿਉਰਿਟੀ ਦੀ ਨਿਊਜ਼ ਲੱਗ ਗਈਆਂ ਵੀ ਦੱਸੋ ਐਸਾ ਆਪਾਂ ਕਿਹੜਾ ਪੰਜਾਬ ਦੇ ਲੋਕਾਂ ਦਾ ਭਲਾ ਕਰਤਾ। ਪੁਲਿਸ ਇੱਥੋਂ ਲੈ ਕੇ ਕੇਜਰੀਵਾਲ ਸਾਹਿਬ ਦੇ ਔਰ ਮਾਨ ਸਾਹਿਬ ਦੇ ਪਰਸਨਲ ਵੈਂਡੇਟਾ ਪੂਰੀ ਕਰਨ ਲਈ ਲਾਣੀ, ਪੰਜਾਬ ਦੇ ਭਲੇ ਲਈ ਤਾਂ ਨਾ ਇਹਨਾਂ ਨੇ ਪੁਲਿਸ ਦਾ ਪ੍ਰਯੋਗ ਕੀਤਾ, ਨਾ ਮਨਪ੍ਰੀਤ ਜੀ ਇਹਨਾਂ ਨੇ ਕਰਨਾ ਜੀ। ਦੂਸਰੀ ਗੱਲ ਜਿਹੜਾ ਹੁਣ ਆ ਜਾਂਦੀ ਆ ਵੀ ਦੇਖੋ ਵੱਖਰੇ ਵੱਖਰੇ ਬੁਲਾਰਿਆਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ 8 ਸਾਲ ਤੋਂ ਦਿੱਲੀ ਦੇ ਮੁੱਖ ਮੰਤਰੀ ਨੇ, ਉਹਨਾਂ ਨੂੰ ਅੱਜ ਤੋਂ 2.5 ਮਹੀਨੇ ਪਹਿਲਾਂ ਤੱਕ ਤਾਂ ਕੋਈ ਖਤਰਾ ਉੱਤੇ ਸੀਗਾ ਨਹੀਂ, ਦਿੱਲੀ ਪੁਲਿਸ ਨੇ ਸੁਰੱਖਿਆ ਕਰ ਰਹੀ ਸੀ। 90 ਨੌਜਵਾਨ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਲਾਏ ਹੋਏ ਨੇ, 45 ਪੁਲਿਸ ਵਾਲੇ ਰਾਘਵ ਚੱਡਾ ਜੀ ਦੀ ਸਿਕਿਉਰਿਟੀ ਦੇ ਵਿੱਚ ਨੇ, 20 ਪੁਲਿਸ ਵਾਲੇ ਜੋ ਸੁਣਨ ਚ ਆਇਆ ਭਗਵੰਤ ਮਾਨ ਜੀ ਦੀ ਮਾਤਾ ਜੀ ਦੇ ਨਾਲ ਨੇ, ਔਰ 20 ਹੀ ਪੁਲਿਸ ਕਰਮਚਾਰੀ ਭਗਵੰਤ ਮਾਨ ਜੀ ਦੀ ਸਿਸਟਰ ਦੇ ਨਾਲ ਨੇ। ਚਲੋ ਉਹ ਵੱਖਰੇ ਵੱਖਰੇ ਉਹਨਾਂ ਕੋਲ ਕੋਈ ਇਨਪੁਟਸ ਹੋਣਗੇ, ਪਰ ਇਹ ਦੱਸਣ ਆ ਕੇ ਵੀ ਇਹ ਫਰਕ ਕਿਉਂ ਆ ਕਿ ਜੇ ਕੋਈ ਕਾਂਗਰਸ ਪਾਰਟੀ ਦਾ ਨੁਮਾਇੰਦਾ ਜਾਂ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਤਾਂ ਉਹਦੀ ਆਪਾਂ ਸਿਕਿਉਰਿਟੀ ਵਾਪਸ ਲੈ ਲਈਏ। ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ, ਇੱਕ ਸੋਸ਼ਲ ਮੀਡੀਆ ਤੇ ਇੱਕ ਮੈਂ ਜੋ ਲੈਟਰ ਦੇਖੀ, ਮੈਨੂੰ ਨਹੀਂ ਪਤਾ ਉਹ ਠੀਕ ਹੈ ਕਿ ਗਲਤ ਹੈ, ਉਹਦੇ 'ਚ ਇਹ ਲਿਖਿਆ ਗਿਆ ਕਿ ਜਿਹੜੇ ADGP ਨੇ ਉਹਨਾਂ ਨੇ ਇਹ ਕਿਹਾ ਕਿ ਵੀ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦੀ ਪੋਜੀਸ਼ਨ ਜਿਹੜੀ ਆ ਉਹ ਖਰਾਬ ਆ ਤੇ ਇਸ ਕਰਕੇ ਸਿਕਿਉਰਿਟੀ ਵਿਡਰਾ ਕੀਤੀ ਜਾ ਰਹੀ। ਮੈਨੂੰ ਇਹਦੇ ਤੱਥਾਂ ਬਾਰੇ ਪੂਰੀ ਜਾਣਕਾਰੀ ਨਹੀਂ ਆ, ਪਰ ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਇਸ ਲਈ ਤੁਹਾਡੇ ਚੈਨਲ ਤੇ ਗੱਲ ਕਰ ਰਿਹਾ ਜੀ। ਜੇ ਸੂਬੇ ਦੇ ਹਾਲਾਤ ਖਰਾਬ ਨੇ, ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਮਾੜੀ ਆ, ਔਰ ਭਾਰਤੀ ਜਨਤਾ ਪਾਰਟੀ 2-2.5 ਮਹੀਨੇ ਤੋਂ ਇਹ ਗੱਲ ਕਹਿ ਰਹੀ ਹੈ ਕਿ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਵੈਂਡੇਟਾ ਪੋਲਿਟਿਕਸ ਤੇ ਆ ਗਈ ਹੈ। ਆਪਾਂ ਅਵਿਨਾਸ਼ ਆਪਣਾ ਕੁਮਾਰ ਵਿਸ਼ਵਾਸ ਵਾਲਾ ਕੇਸ ਦੇਖਿਆ, ਆਪਾਂ ਅਲਕਾ ਲਾਂਬਾ ਜੀ ਵਾਲਾ ਦੇਖਿਆ, ਆਪਾਂ ਤੇਜਿੰਦਰ ਬੱਗਾ ਜੀ ਵਾਲਾ ਦੇਖਿਆ, ਔਰ ਇੱਕ ਹੋਰ ਜਿਹੜਾ ਹੁਣ ਲਾਸਟ ਅਸੀਂ ਦੇਖਿਆ ਸਿੰਗਲਾ ਜੀ ਵਾਲਾ। ਮੰਤਰੀ ਜੀ ਦੇਖੋ ਉਹਦੇ ਵਿੱਚ ਸਾਰੀ ਅਕਰੈਂਸ ਜਿਹੜੀ ਆ ਉਹ ਚੰਡੀਗੜ੍ਹ ਪੰਜਾਬ ਭਵਨ ਦੀ ਆ, ਪਰ ਉਹਦੇ ਵਿੱਚ ਵੀ ਪੰਜਾਬ ਪੁਲਿਸ ਨੂੰ ਇਨਵੋਲਵ ਕਰ ਦਿੱਤਾ ਜਾਂਦਾ। ਤਾਂ ਕਿਤੇ ਨਾ ਕਿਤੇ ਪੰਜਾਬ ਪੁਲਿਸ ਦਾ ਮਿਸਯੂਜ਼ ਹੋ ਰਿਹਾ, ਔਰ ਲਾਅ ਐਂਡ ਆਰਡਰ ਦੀ ਜਿਹੜੀ ਕੰਡੀਸ਼ਨ ਆ ਉਹ 2-2.5 ਮਹੀਨੇ 'ਚ ਡਿਟੀਰੀਓਰੇਟ ਹੋ ਗਈ ਆ। ਔਰ ਆਮ ਬੰਦਾ, ਉਹ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਨੇ, ਉਹਨਾਂ ਦੇ ਥ੍ਰੈਟ ਪਰਸੈਪਸ਼ਨ ਵਧੇ ਆ। ਤੇ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਖੁਦ ਇਹ ਮੰਨਦੇ ਨੇ ਕਿ ਲੋੜ ਆ, ਤਾਂ ਕਿਤੇ ਨਾ ਕਿਤੇ ਰਾਜਨੀਤਿਕ ਫੈਸਲਾ ਹੈ, ਇਹਦੀ ਦੁਆਰਾ ਤੋਂ ਸਮੀਖਿਆ ਹੋਣੀ ਚਾਹੀਦੀ ਹੈ। ਠੀਕ ਹੈ, ਤਾਂ ਬਿਲਕੁਲ ਨਰੰਗ ਜੀ, ਇਹ ਤਾਂ ਤੁਹਾਡੀ ਗੱਲ ਵਾਜਿਬ ਹੈ ਕਿ ਇਹ ਨਾ ਹੋਵੇ ਕਿ ਜਿਹੜਾ ਵੀ ਫੈਸਲਾ ਲੈਣਾ ਨਿਰਪੱਖ ਹੋ ਕੇ ਲਿਆ ਜਾਵੇ, ਆਪਣੇ ਚਹੇਤਿਆਂ ਦੇ ਲਈ ਜੋ ਸਹੂਲਤਾਂ ਉਵੇਂ ਹੀ ਰਹਿਣ ਤੇ ਦੂਜਿਆਂ ਦੇ ਲਈ ਸਹੂਲਤਾਂ ਕਰ ਦਿੱਤੀਆਂ ਜਾਣ। ਬਿਲਕੁਲ ਨਰੰਗ ਜੀ, ਇਹ ਤਾਂ ਤੁਹਾਡੀ ਚਲੋ ਗੱਲ ਕਿਤੇ ਨਾ ਕਿਤੇ ਵਾਜਿਬ ਹੈ। ਤਾਂ ਕੇਂਦਰ ਦੀ ਕੀ ਇੰਟਰਫੇਰੈਂਸ ਰਹੇਗੀ, ਕਿਉਂਕਿ ਕੇਂਦਰ ਸਰਕਾਰ ਦੀ ਤਾਂ ਜ਼ਿੰਮੇਵਾਰੀ ਪੂਰੇ ਦੇਸ਼ ਦੀ ਹੈ। ਜੇਕਰ ਪੰਜਾਬ ਦੇ ਵਿੱਚ ਕੁਝ ਗਲਤ ਹੋ ਰਿਹਾ ਤਾਂ ਲੱਗਦਾ ਨਹੀਂ ਤੁਹਾਨੂੰ ਕਿ ਕੇਂਦਰ ਸਰਕਾਰ ਨੂੰ ਇੰਟਰਫੇਅਰ ਕਰਕੇ ਰੋਕਣਾ ਚਾਹੀਦਾ, ਦਖਲਅੰਦਾਜ਼ੀ ਕਰਨੀ ਚਾਹੀਦੀ ਹੈ? ਨਹੀਂ, ਦੇਖੋ ਮੰਤਰੀ ਜੀ, ਇਸ ਇਸ਼ੂ ਤੇ ਕੇਂਦਰ ਸਰਕਾਰ ਦਾ ਕੋਈ ਇੰਟਰਫੇਰੈਂਸ ਨਾ ਬਣਦਾ ਹੈ, ਨਾ ਹੀ ਹੋਣਾ ਚਾਹੀਦਾ ਹੈ। ਇਹ ਸਟੇਟ ਦੀ ਲਾਅ ਐਂਡ ਇੰਟੈਲੀਜੈਂਸ ਦਾ ਮਸਲਾ ਹੈ। ਦੇਖੋ ਜੇ ਇਹਨਾਂ ਦੀ ਸਿਕਿਉਰਿਟੀ ਵਿਡਰਾ ਕਰਨ ਤੋਂ ਬਾਅਦ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ ਤਾਂ ਉਹਦੇ ਲਈ ਇਹ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੋਵੇਗੀ। ਔਰ ਜੇ ਉਹਨਾਂ ਨੇ ਸੋਚ ਸਮਝ ਕੇ ਫੈਸਲਾ ਲਿਆ ਵੀ ਇਹਨਾਂ ਪੋਲੀਟੀਸ਼ੀਅਨਸ ਨੂੰ ਸਿਕਿਉਰਿਟੀ ਨਹੀਂ ਚਾਹੀਦੀ, ਕੋਈ ਥ੍ਰੈਟ ਪਰਸੈਪਸ਼ਨ ਨਹੀਂ ਆ, ਬਿਲਕੁਲ ਠੀਕ ਹੈ, ਸਾਨੂੰ ਤਾਂ ਉਹਦੇ 'ਚ ਕੋਈ ਇਤਰਾਜ਼ ਨਹੀਂ ਆ। ਪਰ ਪੰਜਾਬ ਦੇ ਵਿੱਚ ਹਾਲਾਤ ਹਲੇ ਇੰਨੇ ਬਿਹਤਰ ਨਹੀਂ ਹੈਗੇ, ਔਰ ਇਹ 2-2.5 ਮਹੀਨੇ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਰੈਡੀਕਲਸ ਨੇ ਉਹਨਾਂ ਦੇ ਸਰਕਾਰ ਆਉਣ ਤੋਂ ਬਾਅਦ ਹੌਸਲੇ ਵਧੇ ਨੇ ਜੀ। ਤਾਂ ਕਿਤੇ ਨਾ ਕਿਤੇ ਇਹ ਜਿਹੜਾ ਫੈਸਲਾ ਹੈ ਰਾਜਨੀਤਿਕ ਹੈ, ਔਰ ਇਹਦੇ ਤੇ ਪੈਰਿਟੀ ਹੋਣੀ ਚਾਹੀਦੀ। ਮੈਂ ਤਾਂ ਕਹਿੰਦਾ ਇੱਕ ਤਰੀਕੇ ਦੇ ਨਾਲ ਤੁਸੀਂ ਰਾਘਵ ਚੱਡਾ ਜੀ ਦੀ ਵੀ ਸਿਕਿਉਰਿਟੀ ਦੱਸੋ, ਉਹਨਾਂ ਨੂੰ ਕਾਹਦਾ ਖਤਰਾ ਜੀ? ਉਹਨਾਂ ਨੂੰ ਸਾਰੇ ਹਿੰਦੁਸਤਾਨ 'ਚ ਖਤਰਾ ਨਹੀਂ ਹੈਗਾ, ਕੇਜਰੀਵਾਲ ਸਾਹਿਬ ਨੂੰ ਕਾਹਦਾ ਖਤਰਾ? ਆਮ ਆਦਮੀ ਨੇ ਇਹ ਲੋਕ ਤਾਂ, ਜੇ ਆਮ ਆਦਮੀ 50 ਲੋਕਾਂ ਦੀ ਸਿਕਿਉਰਿਟੀ, ਆਮ ਆਦਮੀ 100 ਲੋਕਾਂ ਦੀ ਸਿਕਿਉਰਿਟੀ, ਔਰ ਕੋਈ ਦੱਸ ਰਹੇ ਸੀਗੇ ਕਿ CM ਸਾਹਿਬ ਦੀ ਸਿਕਿਉਰਿਟੀ ਦੇ ਵਿੱਚ 800 ਨੌਜਵਾਨ ਨੇ, ਜੋ ਮੈਂ ਸੋਸ਼ਲ ਮੀਡੀਆ ਤੇ ਸੁਣਿਆ। ਤੇ ਕਿਹੋ ਜਿਹੇ ਆਮ ਆਦਮੀ ਆਪਾਂ ਪੰਜਾਬ ਦੇ ਵਿੱਚ ਲੈ ਆਂਦੇ ਨੇ? ਪੁਲਿਸ ਨੂੰ ਥਾਣਿਆਂ ਦੇ ਵਿੱਚ ਕੰਮ ਕਰਨ ਲਈ ਲਾਣਾ ਚਾਹੀਦਾ, ਨਾ ਕਿ ਇਹਨਾਂ ਦੀ ਰਾਜਨੀਤਿਕ ਬਦਲਾਖੋਰੀ ਲਈ ਵਰਤਣਾ ਚਾਹੀਦਾ। ਬਿਲਕੁਲ ਠੀਕ ਹੈ ਜੀ। ਤਾਂ ਵਿਨੋਦ ਜੀ, ਕੀ ਹੈ ਤੁਹਾਡੇ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ? ਜੇ ਪਹੁੰਚ ਰਹੀ ਹੈ ਤਾਂ ਅਸੀਂ ਚਾਹਾਂਗੇ ਤੁਹਾਡਾ ਸਿਗਨਲ ਆਵੇ ਜੀ। ਹਾਂਜੀ ਪਹੁੰਚ ਰਹੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਪਹਿਲਾਂ ਤੁਹਾਡੇ ਤੋਂ ਸਵਾਲ ਕੀਤਾ ਸੀ, ਸਾਡੀ ਲੱਗਦਾ ਨਹੀਂ ਸੀ ਕਿ ਤੁਹਾਡੇ ਤੱਕ ਆਵਾਜ਼ ਪਹੁੰਚੀ ਹੋਵੇ, ਹੋ ਸਕਦਾ ਕੋਈ ਖਰਾਬੀ ਹੋਵੇ। ਚਲੋ ਖੈਰ, ਤਾਂ ਵਿਨੋਦ ਜੀ, ਕਈ ਕਾਂਗਰਸੀ ਆਗੂਆਂ ਦੇ ਨਾਮ ਵੀ ਸ਼ਾਮਲ ਨੇ ਲਿਸਟ ਦੇ ਵਿੱਚ।
ਮਾਨਸਾ ਤੋਂ ਉਮੀਦਵਾਰ ਰਿਹਾ ਹੈ, ਗਾਇਕ ਵੀ ਹੈ ਸਿੱਧੂ ਮੂਸੇਵਾਲਾ, ਉਸ ਦਾ ਨਾਮ ਵੀ ਸ਼ਾਮਲ ਹੈ, ਉਸ ਦੀ ਵੀ ਸੁਰੱਖਿਆ ਵਾਪਸ ਲਈ ਹੈ। ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜੋ ਕਾਂਗਰਸ ਪਾਰਟੀ ਦੇ ਰਾਜ ਦੇ ਸਮੇਂ ਵਿਧਾਇਕ ਸੀ ਜਿਵੇਂ ਕੁਲਜੀਤ ਸਿੰਘ ਨਾਗਰਾ, ਕਹਿੰਦੇ ਨੇ ਕਿ ਉਹਨਾਂ ਦੀਆਂ ਪਤਨੀਆਂ ਨੂੰ, ਪਰਿਵਾਰਕ ਮੈਂਬਰਾਂ ਨੂੰ ਵੀ ਸੁਰੱਖਿਆ ਕਰਮੀ ਦਿੱਤੇ ਹੋਏ ਸੀ ਕਿ ਉਹ ਤਾਂ ਵਾਪਸ ਲੈਣੇ ਬਣਦੇ ਸੀ। ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ, ਉਹਨਾਂ ਦਾ ਵੀ ਸੁਰੱਖਿਆ ਕਰਮੀ ਸੀ, ਉਸ ਤੇ ਵੀ ਕੈਂਚੀ ਫੇਰੀ ਆ। ਤਾਂ ਕੀ ਲੱਗਦਾ ਹੈ ਤੁਹਾਨੂੰ ਕਿ ਜਦੋਂ ਸੱਤਾ ਦੀ ਵਿੱਚ ਸੀ ਕਾਂਗਰਸ ਪਾਰਟੀ, ਖਤਰਾ ਸਿਰਫ ਉਦੋਂ ਹੀ ਸੀ, ਉਦੋਂ ਹੀ ਜ਼ਰੂਰਤ ਸੀ ਸੁਰੱਖਿਆ ਕਰਮੀ ਦੀ? ਹੁਣ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਨਹੀਂ, ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ, ਕਿ ਕਿਵੇਂ ਦੇਖਦੀ ਆ ਕਾਂਗਰਸ ਪਾਰਟੀ? ਕੀ ਲੱਗਦਾ ਕਿ ਹੁਣ ਜ਼ਰੂਰਤ ਨਹੀਂ ਉਹਨਾਂ ਨੂੰ ਸੁਰੱਖਿਆ ਕਰਮੀਆਂ ਦੀ? ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਹੈ ਵੀ ਸਰਕਾਰ ਦਾ ਇਹ ਪ੍ਰੈਰੋਗੇਟਿਵ ਰਾਈਟ ਹੈ ਕਿ ਉਹ ਕਿਹਨੂੰ ਸੁਰੱਖਿਆ ਮੁਹੱਈਆ ਕਰਵਾ ਰਹੇ ਆ, ਕਿਹਨੂੰ ਸੁਰੱਖਿਆ ਨਹੀਂ ਮੁਹੱਈਆ ਕਰਵਾ ਰਹੇ, ਕਿਹਨੂੰ ਸੁਰੱਖਿਆ ਜ਼ਰੂਰੀ ਹੈ, ਕਿਹਦੀ ਸੁਰੱਖਿਆ ਵਿਡਰਾ ਕਰਨੀ ਹੈ, ਔਰ ਕਿੰਨਾ ਕਿਸ ਆਦਮੀ ਨੂੰ ਕਿੰਨਾ ਖਤਰਾ ਹੈ, ਇਹ ਦੇਖਣਾ ਸਰਕਾਰ ਦਾ ਕੰਮ ਹੈ। ਔਰ ਸਰਕਾਰ ਦਾ ਪ੍ਰੈਰੋਗੇਟਿਵ ਰਾਈਟ ਦੇ ਨਾਲ ਉਹਨਾਂ ਦੀ ਡਿਊਟੀ ਵੀ ਹੈ ਇਹ ਦੇਖਣਾ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਇਹ ਬਦਲਾਵ ਨਹੀਂ ਬਦਲਾ। ਜੇਕਰ ਇਹ ਦੇਸ਼ ਦੀ, ਸਟੇਟ ਦੀ ਸੁਰੱਖਿਆ ਲਈ ਕਦਮ ਉਠਾਏ ਜਾ ਰਹੇ ਹੈ ਤਾਂ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ। ਜੇਕਰ ਇਹੀ ਕਦਮ ਬਦਲਾਖੋਰੀ ਲਈ ਤਾਂ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਘਰੋਂ ਨਾ ਨਿਕਲ ਸਕਣ, ਆਪਣਾ ਕੰਮ ਨਾ ਕਰ ਸਕਣ, ਜਾਂ ਸਰਕਾਰ ਨੂੰ ਕ੍ਰਿਟੀਸਾਈਜ਼ ਨਾ ਕਰ ਸਕਣ, ਇਸ ਕਰਕੇ ਇਹਨਾਂ ਨੂੰ ਘਰ ਬਿਠਾਈ ਰੱਖਿਆ ਜਾਵੇ ਤਾਂ ਉਹ ਮਾੜੀ ਗੱਲ। ਔਰ ਇਹ ਜੋ ਇਹਨਾਂ ਨੇ ਹੁਣ ਕੀਤਾ ਹੈ, ਕਿਉਂਕਿ ਪਿਛਲੇ ਜਿਹੜਾ 1980 ਤੋਂ ਲੈ ਕੇ 90, 92, 93 ਤੱਕ ਜੋ ਮਾਹੌਲ ਰਿਹਾ ਔਰ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਸੀ, ਤਾਂ ਉਸ ਵਕਤ ਕਾਂਗਰਸ ਪਾਰਟੀ ਦੇ ਲੀਡਰ ਔਰ ਕਾਰਕੁਨ ਬੜੀ ਦਲੇਰੀ ਤੇ ਬਹਾਦਰੀ ਨਾਲ ਲੋਕਾਂ ਨੂੰ ਆਪਣੀਆਂ ਸੇਵਾਵਾਂ ਦਿੰਦੇ ਰਹੇ ਔਰ 35,000 ਦੇ ਵਿੱਚੋਂ 25,000 ਲੋਕ ਕਾਂਗਰਸ ਦੇ ਸ਼ਹੀਦ ਹੋਏ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਕਾਂਗਰਸੀਆਂ ਨੂੰ ਇਹ ਸਿਕਿਉਰਿਟੀ ਮੁਹੱਈਆ ਕਰਾਈ ਗਈ ਸੀ। ਜੇਕਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਲੱਗਦਾ ਹੈ ਕਿ ਅੱਜ ਕਾਂਗਰਸ ਨੂੰ ਸਿਕਿਉਰਿਟੀ ਦੀ ਜ਼ਰੂਰਤ ਨਹੀਂ, ਸੁਰੱਖਿਆ ਦੀ ਜ਼ਰੂਰਤ ਨਹੀਂ, ਤਾਂ ਫਿਰ ਸਰਕਾਰ ਦਾ ਇੱਥੇ ਫਰਜ਼ ਵੀ ਬਣਦਾ ਹੈ ਕਿ ਪੰਜਾਬ ਦੇ ਹਰ ਵਸਨੀਕ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਏ। ਜਦ ਦਾ ਆਮ ਆਦਮੀ ਪਾਰਟੀ ਦਾ ਰਾਜ ਆਇਆ, ਬੜੇ ਅਜੇ ਚੰਦ ਦਿਨ ਹੀ ਹੋਏ ਨੇ, ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਪੋਜੀਸ਼ਨ ਡੇ ਬਾਈ ਡੇ ਖਰਾਬ ਹੁੰਦੀ ਜਾ ਰਹੀ ਹੈ। ਲੋਕਾਂ ਦੇ ਅੰਦਰ ਲਾਅ ਐਂਡ ਆਰਡਰ ਦਾ ਖੌਫ ਹੀ ਨਹੀਂ ਰਿਹਾ। ਲੋਕ ਇਹ ਸਮਝਦੇ ਆ ਵੀ ਸ਼ਾਇਦ ਸਰਕਾਰ ਨਾਂ ਦੀ ਜਾਂ ਪੁਲਿਸ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਜ਼ਰੂਰਤ ਤੋਂ ਵੱਧ ਪੁਲਿਸ ਦੇ ਕੰਮ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਉਹ ਵੀ ਲੋਕਾਂ ਦੀ ਸੁਰੱਖਿਆ ਦੇ ਨਾਲ ਖੇਡਣ ਵਾਲਾ ਕੰਮ ਹੈ। ਸੋ ਇਸ ਲਈ ਸਰਕਾਰ ਜਿੱਥੇ ਆਪਣਾ ਪ੍ਰੈਰੋਗੇਟਿਵ ਰਾਈਟ ਸਮਝਦੀ ਹੈ, ਉੱਥੇ ਸਰਕਾਰ ਦੀ ਡਿਊਟੀ ਵੀ ਹੈ ਕਿ ਉਹ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਾਵੇ, ਚਾਹੇ ਕਿਸੇ ਨੂੰ ਉਹ ਸਿਕਿਉਰਿਟੀ ਗਾਰਡ ਦੇਵੇ, ਚਾਹੇ ਕਿਸੇ ਨੂੰ ਨਾ ਦੇਵੇ, ਲੇਕਿਨ ਉਹਦੀ ਡਿਊਟੀ ਇਹ ਹੈ ਵੀ ਹਰ ਇੱਕ ਦੀ ਸੁਰੱਖਿਆ ਕਰਨਾ ਉਹਨਾਂ ਦੀ ਜਿਹੜੀ ਹੈ ਫਸਟ ਪ੍ਰੈਫਰੈਂਸ ਦੇਣੀ ਚਾਹੀਦੀ ਹੈ। ਔਰ ਉਹਨਾਂ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਵੀ ਸਿਕਿਉਰਿਟੀ ਵਿਡਰਾ ਕਰ ਲਈ ਹੈ ਔਰ ਉਹਨਾਂ ਨੇ ਕਿਹਾ ਵੀ ਜਿਹੜੇ 2-3 ਬੰਦੇ ਤੁਸੀਂ ਮੇਰੇ ਕੋਲ ਰਹਿਣ ਵੀ ਦਿੱਤੇ ਆ, ਬੇਸ਼ੱਕ ਇਹ ਵੀ ਲੈ ਜਾਓ, ਮੈਨੂੰ ਜ਼ਰੂਰਤ ਨਹੀਂ ਹੈ ਤੁਹਾਡੀ ਸੁਰੱਖਿਆ ਦੀ। ਇਹੋ ਜਿਹੇ ਮਾਹੌਲ ਨੂੰ ਵੀ ਸਰਕਾਰ ਨੂੰ ਸੰਭਾਲਣਾ ਚਾਹੀਦਾ ਹੈ ਤਾਂ ਕਿ ਕੱਲ ਨੂੰ, ਅੱਜ ਤਾਂ ਇਹ ਬੜੀ ਵਾਹਵਾ ਖੱਟ ਰਹੇ ਹੋਣਗੇ ਵੀ ਅਸੀਂ ਸਿਕਿਉਰਿਟੀ ਜਿਹੜੀ ਆ ਉਹ ਵਿਡਰਾ ਕਰ ਲਈ ਹੈ, ਲੇਕਿਨ ਕੱਲ ਨੂੰ ਜੇਕਰ ਕੋਈ, ਜਿਸ ਤਰ੍ਹਾਂ ਨਾਰੰਗ ਸਾਹਿਬ ਨੇ ਕਿਹਾ, ਕੱਲ ਨੂੰ ਕੋਈ ਮਿਸ ਹੈਪਨਿੰਗ ਹੁੰਦੀ ਹੈ, ਕੱਲ ਨੂੰ ਕੋਈ ਨੁਕਸਾਨ ਹੁੰਦਾ ਹੈ, ਤਾਂ ਉਹਦਾ ਜ਼ਿੰਮੇਵਾਰ ਫਿਰ ਕੌਣ? ਠੀਕ ਹੈ। ਤਾਂ ਨਰੰਗ ਜੀ, ਜਿਸ ਤਰੀਕੇ ਹੁਣ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਵੱਧ ਰਹੀਆਂ ਨੇ, ਮੋਹਾਲੀ ਇੰਟੈਲੀਜੈਂਸ ਬਿਲਡਿੰਗ ਤੇ ਵੀ ਆਪਾਂ ਦੇਖਿਆ ਹਮਲਾ ਹੋਇਆ, ਉਸ ਨੂੰ ਲੈ ਕੇ ਵੀ ਹਾਲੇ ਪੁਲਿਸ ਜਾਂਚ ਹੀ ਕਰ ਰਹੀ ਹੈ। ਪੱਕੇ ਜੋ ਅਸਲ ਦੋਸ਼ੀ ਨੇ, ਮੁੱਖ ਦੋਸ਼ੀ ਨੇ, ਉਹਨਾਂ ਤੱਕ ਹਜੇ ਵੀ ਨਹੀਂ ਪਹੁੰਚ ਸਕੀ ਪੁਲਿਸ। ਤੇ ਲੁੱਟਾਂ ਖੋਹਾਂ ਜੋ ਹੋ ਰਹੀਆਂ ਨੇ, ਆਪਾਂ ਦੇਖਦੇ ਹਾਂ ਕਿ ਹਰ ਰੋਜ਼ ਹਰ ਜ਼ਿਲ੍ਹੇ ਤੋਂ ਲੁੱਟਾਂ ਖੋਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਨੁਕਸਾਨ ਉਸ ਦੇ ਵਿੱਚ ਹੁੰਦਾ ਆਮ ਲੋਕਾਂ ਦਾ, ਨਾ ਤਾਂ ਲੁੱਟਾਂ ਖੋਹਾਂ ਦੇ ਵਿੱਚ ਕੋਈ ਮੁਆਵਜ਼ਾ ਹੈ ਆਮ ਲੋਕਾਂ ਨੂੰ, ਪਰ ਨੁਕਸਾਨ ਹੋ ਜਾਂਦਾ ਹੈ, ਗਰੀਬ ਲੁੱਟੇ ਜਾਂਦੇ ਨੇ। ਤਾਂ ਜਿਸ ਤਰੀਕੇ ਹੁਣ ਸਿਕਿਉਰਿਟੀ ਵਾਪਸ ਲਈ ਗਈ ਹੈ, ਤੇ ਜੇ ਇਹੀ ਸਿਕਿਉਰਿਟੀ, ਇਹੀ ਜੋ ਮੁਲਾਜ਼ਮਾਂ ਦੀ ਵਰਤੋਂ ਕੀਤੀ ਜਾਵੇ ਪਿੰਡ ਦੇ ਵਿੱਚ ਗਸ਼ਤ ਕਰਨ ਲਗਾਤਾਰ, ਤਾਂ ਲੱਗਦਾ ਨਹੀਂ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਘਟਣਗੀਆਂ। ਵਾਕਈ ਫਾਇਦਾ ਹੋਵੇਗਾ ਪੰਜਾਬ ਦੇ ਵਿੱਚ, VIP ਪਰਸਨਾਂ ਦੀ ਸੁਰੱਖਿਆ ਵਾਪਸ ਲੈ ਕੇ ਆਮ ਲੋਕਾਂ ਨੂੰ ਕੁਝ ਸਹੂਲਤ ਮਿਲ ਜਾਵੇਗੀ। ਦੇਖੋ ਮਨਪ੍ਰੀਤ ਜੀ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ, ਮੈਂ ਹੁਣ ਵੀ ਇਹ ਕਹਿ ਰਿਹਾ ਕਿ ਜਿਹੜਾ ਇਹਨਾਂ ਦਾ ਫੈਸਲਾ ਆ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਪੁਲਿਸ ਨੂੰ ਆਮ ਜਨਤਾ ਲਈ ਵਰਤਣਾ ਚਾਹੀਦਾ, ਪਰ ਜਿਹੜਾ ਇਹ ਜੋ ਆਪਾਂ ਕੰਡਕਟ ਦੇਖਿਆ ਰੂਲਿੰਗ ਪਾਰਟੀ ਦਾ ਪਿਛਲੇ 2 ਤੋਂ 2.5 ਮਹੀਨੇ ਦੇ ਵਿੱਚ, ਦੇਖੋ ਸਟੇਟ ਦੇ ਇੰਟੈਲੀਜੈਂਸ ਆਫਿਸ ਤੇ ਹਮਲਾ ਹੋ ਜਾਣਾ,
ਤੁਹਾਡਾ ਜਿੱਥੋਂ ਇੰਟੈਲੀਜੈਂਸ ਦਾ ਸਾਰਾ ਸਿਸਟਮ ਚੱਲਦਾ ਉੱਥੇ ਹੀ ਹਮਲਾ ਹੋ ਗਿਆ। ਤੇ ਕਿਤੇ ਨਾ ਕਿਤੇ ਜੋ ਦੇਖਣ ਦੇ ਵਿੱਚ ਆ ਰਿਹਾ ਕਿ ਪੁਲਿਸ ਤਾਂ ਦੇਖੋ ਉਹੀ ਹੈ ਜਿਹੜੀ ਅੱਜ ਤੋਂ 3 ਮਹੀਨੇ ਪਹਿਲਾਂ ਸੀਗੀ, ਕਾਂਗਰਸ ਸਰਕਾਰ ਵੇਲੇ ਵੀ ਉਹੀ ਪੁਲਿਸ ਸੀ, ਅਕਾਲੀ ਦਲ ਵੇਲੇ ਵੀ ਉਹੀ ਪੁਲਿਸ ਸੀ। ਸਿਰਫ ਪੁਲਿਸ ਦਾ ਰਾਜਨੀਤੀਕਰਨ ਜਿਹੜਾ ਉਹ ਕਰ ਦਿੱਤਾ ਗਿਆ ਹੈ, ਉਹ ਗਲਤ ਹੈ। ਔਰ ਪੁਲਿਸ ਨੂੰ ਕੇਜਰੀਵਾਲ ਸਾਹਿਬ ਦੇ ਔਰ ਭਗਵੰਤ ਮਾਨ ਸਾਹਿਬ ਦੇ ਪਰਸਨਲ ਵੈਂਡੇਟਾ ਲਈ ਜੋ ਯੂਜ਼ ਕੀਤਾ ਜਾ ਰਿਹਾ, ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਔਰ ਤੇ ਦੇਖੋ ਹਰ ਵਾਰੀ ਇਹ ਇੱਕ ਹੋਰ ਚੀਜ਼ ਹੈ ਆਪਣਾ ਮਨਪ੍ਰੀਤ ਜੀ, ਤੁਸੀਂ ਇਹ ਦੇਖਿਆ ਹੋਊਗਾ ਕਿ 2.5 ਤੋਂ 3 ਮਹੀਨੇ ਦੇ ਵਿੱਚ ਇਹਨਾਂ ਨੂੰ ਹਰ ਕੋਰਟ ਦੇ ਵਿੱਚ ਅੰਬੈਰਸਿੰਗ ਸਿਚੁਏਸ਼ਨ ਫੇਸ ਕਰਨੀ ਪਈ ਆ, ਕਿਉਂਕਿ ਇਹ ਅਨਕਨਸਟੀਟਿਊਸ਼ਨਲ ਔਰ ਅਨਲॉफुल ਕੰਮ ਕਰਦੇ ਨੇ। ਫਿਰ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਕੋਰਟਾਂ ਦੇ ਵਿੱਚੋਂ ਇਹਨਾਂ ਨੂੰ ਅੰਬੈਰਸਿੰਗ ਪੋਜੀਸ਼ਨ ਹੁੰਦੀ ਆ। ਤੇ ਹੁਣ ਵੀ ਸਮਾਂ ਹੈ ਕਿ ਥੋੜਾ ਜਿਹਾ ਕਾਨੂੰਨ ਔਰ ਸੰਵਿਧਾਨ ਦੀ ਪਾਲਣਾ ਕਰਨ ਔਰ ਕਾਨੂੰਨ ਔਰ ਸੰਵਿਧਾਨ ਦੇ ਅਨੁਸਾਰ ਕੰਮ ਕਰਨ। ਪੰਜਾਬ ਦੀ ਜਿਹੜੀ ਸੁਰੱਖਿਆ ਦੀ ਕਟੌਤੀ ਕੀਤੀ ਗਈ ਆ, ਜੇ ਮੁਲਾਜ਼ਮ ਪੰਜਾਬ ਦੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਸੇਵਾ ਕਰਨਗੇ ਤਾਂ ਨਿਸ਼ਚਿਤ ਤੌਰ ਤੇ ਭਾਰਤੀ ਜਨਤਾ ਪਾਰਟੀ ਉਸ ਦਾ ਸਵਾਗਤ ਕਰੇਗੀ। ਪਰ ਜੇ ਮੁਲਾਜ਼ਮਾਂ ਨੂੰ ਰਾਜਨੀਤਿਕ ਬਦਲਾਖੋਰੀ ਲਈ, ਰਾਘਵ ਚੱਡਾ ਜੀ ਦੀ ਸਿਕਿਉਰਿਟੀ ਲਈ, ਕੇਜਰੀਵਾਲ ਸਾਹਿਬ ਦੀ ਸਿਕਿਉਰਿਟੀ ਲਈ, ਤੁਸੀਂ ਮੈਨੂੰ ਦੱਸੋ ਕੇਜਰੀਵਾਲ ਸਾਹਿਬ ਦਿੱਲੀ ਦੇ ਵਿੱਚ ਰਹਿ ਰਹੇ ਨੇ, ਸੈਂਟਰ ਦੀ ਉੱਥੇ ਸਿਕਿਉਰਿਟੀ, ਹਰ ਚੀਜ਼ ਦਾ ਉੱਥੇ ਇੰਤਜ਼ਾਮ ਆ। ਉਹਨਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਕਿਹੜੇ ਨਿਯਮ ਦੇ ਅਧੀਨ ਦਿੱਤੀ ਗਈ ਆ, ਕਿਉਂ ਦਿੱਤੀ ਗਈ ਆ? ਉਹਨਾਂ ਦਾ ਪੰਜਾਬ ਇੱਕ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ, ਪਰ ਪੰਜਾਬ ਦਾ ਤਾਂ ਉਹਨਾਂ ਦਾ ਕੋਈ ਲਿੰਕ ਨਹੀਂ ਨਾ ਹੈਗਾ ਕਿ ਉਹਨਾਂ ਦੀ ਸੁਰੱਖਿਆ ਵਾਪਸ ਲੈਣ। ਰਾਘਵ ਚੱਡਾ ਜੀ ਨੂੰ ਐਸਾ ਕਿਹੜਾ ਥ੍ਰੈਟ ਆ ਗਿਆ ਕਿ ਉਹਨਾਂ ਨੂੰ ਆਪਾਂ 45 ਦੇ ਦਿੱਤੇ? ਜੇ ਉਹਨਾਂ ਦੀ ਸੁਰੱਖਿਆ ਵਾਪਸ ਲੈਣ ਤਾਂ ਕਿਤੇ ਨਾ ਕਿਤੇ ਇਹ ਆਪਣੇ ਲੋਕਾਂ ਨੂੰ ਸੁਰੱਖਿਆ ਦੇ ਰਹੇ ਨੇ, ਦੂਸਰੇ ਲੋਕਾਂ ਦੇ ਸਿਰਫ ਮਾਰਕੀਟਿੰਗ ਹੋ ਰਹੀ ਆ, ਮਾਰਕੀਟਿੰਗ ਹੋ ਰਹੀ ਹੈ। ਦੇਖੋ ਬੜੇ ਛੋਟਾ ਜਿਹਾ ਇਸ਼ੂ ਹੁੰਦਾ, ਇੱਕ ਸਰਕਾਰੀ ਦਫ਼ਤਰ 'ਚ ਰੋਜ਼ ਪਾਸ ਹੋਣ ਵਾਲਾ ਛੋਟਾ ਜਿਹਾ ਇੱਕ ਆਰਡਰ ਆ, ਪਰ ਇਹਦੀ ਮਾਰਕੀਟਿੰਗ ਇਸ ਤਰੀਕੇ ਨਾਲ ਕਰਦੇ ਨੇ ਕਿ ਪਤਾ ਨਹੀਂ ਅਸੀਂ ਕੀ ਕਮਾਲ ਕਰ ਦਿੱਤਾ। ਕਮਾਲ ਉਹ ਤਾਂ ਹੋਊਗਾ, ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਾਂਗੇ ਜਿਸ ਦਿਨ ਰਾਘਵ ਚੱਡਾ ਜੀ ਦੀ ਔਰ ਕੇਜਰੀਵਾਲ ਜੀ ਦੀ ਸਿਕਿਉਰਿਟੀ ਵੀ ਡਰਾਪ ਕਰਨਗੇ। ਔਰ ਪੰਜਾਬ ਪੁਲਿਸ ਦਾ ਜਿਹੜਾ 150 ਮੁਲਾਜ਼ਮ ਉਹਨਾਂ ਦੋਨਾਂ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ, ਪੰਜਾਬ ਦੀ ਜਨਤਾ ਦੇ ਕੰਮ ਲਈ ਲਾਇਆ ਜਾਵੇ। ਜੀ ਠੀਕ ਹੈ। ਤਾਂ ਵਿਨੋਦ ਜੀ, ਬੀਜੇਪੀ ਵੀ ਸਵਾਗਤ ਕਰਦੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ। ਖੈਰ ਤੁਸੀਂ ਵੀ ਕਿਹਾ ਕਿ ਠੀਕ ਹੈ, ਆਮ ਆਦਮੀ ਪਾਰਟੀ ਦਾ ਫੈਸਲਾ ਸਹੀ ਹੋ ਸਕਦਾ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦਾ ਇਸ ਦੇ ਵਿੱਚ ਫਾਇਦਾ ਹੋ ਸਕਦਾ ਹੈ। ਤਾਂ ਦੂਜੇ ਪਾਸੇ ਜੇਕਰ ਦੇਖੀ ਆਪਾਂ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਨਫਾ ਵੀ ਹੁੰਦਾ ਹੈ, ਨੁਕਸਾਨ ਵੀ ਹੁੰਦਾ। ਤੇ ਜੇਕਰ ਤੁਸੀਂ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਦਾ ਫੈਸਲਾ ਸਹੀ ਹੈ ਕਿ ਬੋਝ ਪੈ ਰਿਹਾ ਸੀ ਪੰਜਾਬ ਦੇ ਖਜ਼ਾਨੇ ਤੇ, ਪੰਜਾਬ ਪੁਲਿਸ ਨੂੰ ਲੋਕਾਂ ਦੀ ਸਹੂਲਤ ਲਈ ਵਰਤਿਆ ਜਾਣਾ ਚਾਹੀਦਾ, ਤਾਂ 5 ਸਾਲ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਵੀ ਰਹੀ ਹੈ। ਕਾਂਗਰਸ ਪਾਰਟੀ ਦੇ ਵੱਲੋਂ ਕਿਉਂ ਨਹੀਂ ਫੈਸਲਾ ਲਿਆ ਗਿਆ, ਇਹੋ ਜਿਹਾ ਕਿਉਂ ਨਹੀਂ ਸੋਚਿਆ ਗਿਆ? ਜੀ विनोद जी सुन पा रहे हो? ਦੁਬਾਰਾ ਦੱਸਣਾ। ਹਾਂਜੀ ਹਾਂਜੀ विनोद जी मैं ਇਹ ਕਹਿਣਾ ਚਾਹ ਰਿਹਾ ਸੀ ਤੁਹਾਨੂੰ ਕਿ ਭਾਜਪਾ ਦੇ ਵੱਲੋਂ ਵੀ ਸਵਾਗਤ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਇਸ ਫੈਸਲੇ ਦਾ। ਉਹ ਕਹਿੰਦੇ ਨੇ ਕਿ ਠੀਕ ਹੈ, ਚਲੋ ਜੇ ਪੰਜਾਬ ਦਾ ਫਾਇਦਾ ਹੁੰਦਾ ਹੈ ਤਾਂ ਫੈਸਲਾ ਸਹੀ ਹੈ। ਤੁਹਾਡੇ ਨਾਲ ਵੀ ਗੱਲਬਾਤ ਕੀਤੀ ਹੈ, ਤੁਸੀਂ ਵੀ ਇਹੀ ਕਿਹਾ ਕਿ ਜੇਕਰ ਪੰਜਾਬ ਦੇ ਖਜ਼ਾਨੇ ਨੂੰ ਫਾਇਦਾ ਹੋ ਸਕਦਾ ਹੈ, ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਠੀਕ ਰਹਿ ਸਕਦੀ ਹੈ, ਤਾਂ ਸਰਕਾਰ ਦਾ ਫੈਸਲਾ ਠੀਕ ਹੋ ਸਕਦਾ। ਯਾਨੀ ਕਿ ਕੁੱਲ ਮਿਲਾ ਕੇ ਤੁਸੀਂ ਵੀ ਸਵਾਗਤ ਕੀਤਾ ਇਸ ਫੈਸਲੇ ਦਾ। ਤਾਂ ਜੇਕਰ ਤੁਸੀਂ ਮੰਨਦੇ ਹੋ ਕਿ ਫੈਸਲਾ ਠੀਕ ਹੈ ਕਿ ਵਾਧੂ ਪੁਲਿਸ ਕਰਮੀ ਸੀ ਸੁਰੱਖਿਆ ਦੇ ਵਿੱਚ, VIP ਲੋਕਾਂ ਦੀ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਇੰਨੇ ਸੁਰੱਖਿਆ ਕਰਮੀ ਦੀ, ਉਹ ਸੁਰੱਖਿਆ ਕਰਮੀ ਹੁਣ ਲੋਕਾਂ ਦੇ ਲਈ ਯੂਜ਼ ਹੋ ਸਕਦੇ ਨੇ, ਤਾਂ ਜਦੋਂ 17 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਤਾਂ ਕਾਂਗਰਸ ਪਾਰਟੀ ਨੇ ਉਸ ਸਮੇਂ ਫੈਸਲਾ ਕਿਉਂ ਨਹੀਂ ਲਿਆ? ਦੇਖੋ ਗੱਲ ਇਹ ਹੈ ਵੀ ਅੱਜ ਵੀ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਰੇ ਕਿ ਕਿਸੇ ਨੂੰ ਕੋਈ ਖਤਰਾ ਨਹੀਂ ਹੈ ਤਾਂ ਲੋਕ ਉਸ ਗੱਲ ਨੂੰ ਸ਼ਾਇਦ ਉਹਨੂੰ ਯਾਦ ਹੋਏਗਾ ਕਿ ਕਾਂਗਰਸ ਦੇ ਰਾਜ ਵਿੱਚ ਜਦੋਂ BJP ਦੇ ਕੁਝ ਲੀਡਰਾਂ ਤੇ ਹਮਲਾ ਹੋਇਆ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉਹਨਾਂ ਨੂੰ ਪੰਜਾਬ ਸਰਕਾਰ ਨੇ, ਕਾਂਗਰਸ ਦੀ ਸਰਕਾਰ ਨੇ ਬਕਾਇਦਾ ਸਿਕਿਉਰਿਟੀ ਮੁਹੱਈਆ ਕਰਾਈ, ਸੁਰੱਖਿਆ ਮੁਹੱਈਆ ਕਰਵਾਈ ਉਹਨਾਂ ਨੂੰ। ਔਰ ਜਿੱਥੇ ਕਿਤੇ ਵੀ ਕੋਈ ਪ੍ਰੋਬਲਮ ਹੁੰਦੀ ਸੀ ਬਕਾਇਦਾ ਉੱਥੇ ਸਿਕਿਉਰਿਟੀ ਫੋਰਸਿਸ ਪਹੁੰਚਦੀਆਂ ਸੀ। ਪਰ ਜੇਕਰ ਆਪਾਂ ਇਹ ਕਹੀਏ ਵੀ ਉਹਨਾਂ ਨੂੰ ਉੱਥੋਂ ਕੋਈ ਖਤਰਾ ਸੀ, ਉਹ ਇਹੋ ਜਿਹੀ ਕੋਈ ਗੱਲ ਨਹੀਂ ਸੀ। ਲੇਕਿਨ ਇਹ ਗੱਲ ਜ਼ਰੂਰ ਸੀ ਕਿ ਉਹਨਾਂ ਦਾ ਘਿਰਾਓ ਹੁੰਦਾ ਸੀ ਔਰ ਕੋਈ ਨੁਕਸਾਨ ਨਾ ਹੋ ਜਾਏ, ਇਸ ਕਰਕੇ ਸਿਕਿਉਰਿਟੀ ਮੁਹੱਈਆ ਕਰਵਾਈ ਜਾਂਦੀ ਸੀ। ਔਰ ਜੇਕਰ ਅੱਜ ਇਹ ਸਰਕਾਰ ਕਹਿੰਦੀ ਹੈ, ਸਭ ਤੋਂ ਪਹਿਲੀ ਤਾਂ ਇਹ ਗੱਲ ਹੈ ਕਿ ਸਰਕਾਰ ਦੇ ਵੱਲੋਂ ਐਸੇ ਕਦਮ ਉਠਾਏ ਜਾਣੇ ਚਾਹੀਦੇ ਹੈ ਕਿ ਲਾਅ ਐਂਡ ਆਰਡਰ ਤੋਂ ਨੂੰ ਲੋਕਾਂ ਨੂੰ ਕਮਜ਼ੋਰੀ ਨਾਲ ਨਜ਼ਰ ਆਵੇ, ਲਾਅ ਐਂਡ ਆਰਡਰ ਉਹਨਾਂ ਨੂੰ ਮਜ਼ਬੂਤ ਨਜ਼ਰ ਆਵੇ।
ਤਾਂ ਕਿ ਸਿਕਿਉਰਿਟੀ ਦੀ ਜ਼ਰੂਰਤ ਹੀ ਨਾ ਪਵੇ। ਲੇਕਿਨ ਅੱਜ ਹਾਲਾਤ ਇੱਥੇ ਇਹ ਹੈ ਕਿ ਨਾ ਤਾਂ ਪੁਲਿਸ ਦਾ ਖੌਫ ਹੈ, ਕਿਉਂਕਿ ਪੰਜਾਬ ਸਰਕਾਰ ਦਾ ਜਿਹੜਾ ਪੁਲਿਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ, ਇਹ ਬੜੀ ਮਾੜੀ ਗੱਲ ਹੈ। ਜੀ ਤੁਸੀਂ ਇਹ ਦੇਖੋ ਕਿ ਇੱਕ ਇਨਸੀਡੈਂਟ ਦਿੱਲੀ ਹੁੰਦਾ ਹੈ, ਸਟੇਟਮੈਂਟ ਦੇਣ ਵਾਲਾ ਬੰਦਾ ਦਿੱਲੀ, ਜਿਹਦੇ ਖਿਲਾਫ ਦਿੱਤੀ ਗਈ ਸਟੇਟਮੈਂਟ ਉਹ ਵੀ ਦਿੱਲੀ, ਔਰ ਕੇਸ ਰਜਿਸਟਰਡ ਕੀਤਾ ਜਾਂਦਾ ਪੰਜਾਬ 'ਚ, ਫੜਨ ਜਾਂਦੀ ਹੈ ਪੰਜਾਬ ਦੀ ਪੁਲਿਸ। ਔਰ ਇਹ ਕਿੱਧਰਲਾ ਇਨਸਾਫ ਹੈ? ਆਪਣੇ ਪਰਿਵਾਰਾਂ ਨੂੰ ਤਾਂ ਆਪਾਂ 10-10 15-15 ਗਨਮੈਨ ਦੇ ਦਈਏ ਤੇ ਦੂਸਰਿਆਂ ਨੂੰ ਕਹੀਏ ਵੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ। ਲੇਕਿਨ ਇਹ ਵੀ ਜੇਕਰ ਆਪਾਂ ਰਾਜ ਕਰਨਾ ਹੈ ਤਾਂ ਸਾਰਿਆਂ ਨੂੰ ਇੱਕ ਬਰਾਬਰ ਸਮਝਣਾ ਚਾਹੀਦਾ। ਐਵੇਂ ਆਪਾਂ ਫੜਾ ਮਾਰੀ ਜਾਈਏ ਵੀ ਸਾਡਾ ਅਸੀਂ ਆਹ ਕਰਤਾ, ਅਸੀਂ ਉਹ ਕਰਤਾ, ਲੇਕਿਨ ਕਿੱਥੇ ਕੰਟਰੋਲ ਹੈ ਇਹਨਾਂ ਦਾ? ਜੇ ਅਲਕਾ ਲਾਂਬਾ ਜੀ ਨੂੰ ਬੁਲਾਇਆ ਗਿਆ, ਇੱਥੇ ਖਰਾਬ ਹੀ ਕੀਤਾ ਗਿਆ ਨਾ। ਕਹਿੰਦੇ ਵੀ ਉੱਥੇ ਜਦੋਂ ਸਾਰੇ ਪਹੁੰਚੇ, ਕਹਿੰਦੇ ਜੀ ਤੁਹਾਡੀ ਤਾਂ ਫਾਈਲ ਹੀ ਹੈ ਨਹੀਂ ਸਾਡੇ ਕੋਲ। ਉਹਨਾਂ ਨੇ ਕਿਹਾ ਜੀ ਅਗਲੀ ਤਰੀਕ ਸਾਨੂੰ ਦੇ ਦਿਓ। ਕਹਿੰਦੇ ਜੀ ਸਾਡੇ ਕੋਲ ਫਾਈਲ ਹੈ ਨਹੀਂ, ਅਸੀਂ ਤੁਹਾਨੂੰ ਤਰੀਕ ਨਹੀਂ ਦੇ ਸਕਦੇ। ਇਹਨੂੰ ਕੀ ਕਵਾਂਗੇ ਆਪਾਂ? ਬਦਲੇ ਦੀ ਰਾਜਨੀਤੀ, ਹਰਾਸਮੈਂਟ ਦੀ ਰਾਜਨੀਤੀ। ਜੀ ਇਹਨੂੰ ਕਿਸ ਤਰ੍ਹਾਂ ਆਪਾਂ ਵਿਨੋਦ ਜੀ ਇਹ ਤਾਂ ਚਲੋ ਖੈਰ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਪਾਰਟੀਆਂ ਇੱਕ ਦੂਜੇ ਦੇ ਤੰਜ ਕੱਸਦੀਆਂ ਹੁੰਦੀਆਂ ਨੇ, ਪਰ ਮੇਰਾ ਸਵਾਲ ਤੁਹਾਨੂੰ ਇਹ ਸੀ ਕਿ ਜਿਸ ਤਰੀਕੇ ਜੇਕਰ ਤੁਸੀਂ ਸਵਾਗਤ ਕੀਤਾ ਹੈ ਪਹਿਲੇ ਸਵਾਲ ਦੇ ਵਿੱਚ ਇਸ ਫੈਸਲੇ ਦਾ ਸਰਕਾਰ ਦਾ, ਤੁਸੀਂ ਕਿਹਾ ਕਿ ਜੇਕਰ ਪੰਜਾਬ ਦਾ ਇਸ ਦੇ ਵਿੱਚ ਭਲਾ ਹੈ ਤਾਂ ਠੀਕ ਹੈ, ਆਮ ਆਦਮੀ ਪਾਰਟੀ ਦੇ ਫੈਸਲੇ ਦਾ ਕਾਂਗਰਸ ਪਾਰਟੀ ਸਵਾਗਤ ਕਰਦੀ ਹੈ। ਤਾਂ ਮੈਂ ਪੁੱਛਿਆ ਸੀ ਤੁਹਾਨੂੰ ਕਿ 5 ਸਾਲ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਤਾਂ ਪੰਜਾਬ ਦੀ ਬਿਹਤਰੀ ਦੇ ਲਈ, ਲੋਕਾਂ ਦੀ ਸਹੂਲਤ ਦੇ ਲਈ ਕਾਂਗਰਸ ਪਾਰਟੀ ਨੇ ਕਿਉਂ ਨਹੀਂ ਕਦਮ ਚੁੱਕਿਆ? ਕਾਂਗਰਸ ਪਾਰਟੀ ਦੇ ਵੱਲੋਂ ਕਿਉਂ ਨਹੀਂ ਵਾਧੂ ਸੁਰੱਖਿਆ ਵਾਪਸ ਲਈ ਗਈ? ਕਿਉਂਕਿ 424 ਲੋਕ ਨੇ ਜਿਹੜੀ ਸੂਚੀ ਜਾਰੀ ਹੋਈ ਹੈ ਉਹਨਾਂ ਦੇ ਵਿੱਚੋਂ ਮੰਨਿਆ ਕਿ ਕੁਝ ਨੂੰ ਜ਼ਰੂਰਤ ਹੈ, ਕਿ ਉਹਨਾਂ ਨੂੰ ਜ਼ਰੂਰਤ ਸੀ, ਉਹਨਾਂ ਤੋਂ ਗਲਤ ਤਰੀਕੇ ਨਾਲ ਸੁਰੱਖਿਆ ਵਾਪਸ ਲਈ ਗਈ ਹੈ, ਪਰ ਕੁਝ ਤਾਂ ਲੋਕ ਹੋਣਗੇ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਵਾਧੂ ਸੁਰੱਖਿਆ ਦਿੱਤੀ ਹੋਈ ਸੀ, ਜਿਨ੍ਹਾਂ ਤੋਂ ਵਾਕਈ ਜ਼ਰੂਰਤ ਸੀ ਵਾਪਸ ਲੈਣ ਦੀ। ਤਾਂ ਕਾਂਗਰਸ ਪਾਰਟੀ ਨੇ ਕਿਉਂ ਨਹੀਂ ਕਦਮ ਚੁੱਕਿਆ 17 ਤੋਂ ਲੈ ਕੇ 22 ਤੱਕ? ਇਹ ਵੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਗੱਲ। ਦੇਖੋ ਗੱਲ ਇਹ ਹੈ ਵੀ ਕਾਂਗਰਸ ਪਾਰਟੀ ਦੇ ਰਾਜ ਵਿੱਚ ਜਿਨ੍ਹਾਂ ਨੂੰ ਸਿਕਿਉਰਿਟੀ ਦੀ ਜ਼ਰੂਰਤ ਸੀ ਉਹਨਾਂ ਨੂੰ ਮੁਹੱਈਆ ਕਰਾਈ ਗਈ। ਜਿਨ੍ਹਾਂ ਨੂੰ ਕੋਈ ਕਿਸੇ ਕਿਸਮ ਦਾ ਕੋਈ ਖਦਸ਼ਾ ਸੀ ਉਹਨਾਂ ਨੇ ਅਪਲਾਈ ਕੀਤਾ, ਸਿਕਿਉਰਿਟੀ ਮੰਗੀ ਔਰ ਸਿਕਿਉਰਿਟੀ ਉਹਨਾਂ ਨੂੰ ਮਿਲੀ। ਕਈਆਂ ਨੂੰ ਬਿਨਾਂ ਮੰਗੇ ਵੀ CID ਦੀ ਰਿਪੋਰਟ ਜਾਂ ਪੁਲਿਸ ਦੀ ਰਿਪੋਰਟ ਦੇ ਮੁਤਾਬਕ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ। ਜੇਕਰ ਕਾਂਗਰਸ ਪਾਰਟੀ ਨੇ ਕਿਸੇ ਨੂੰ ਕੋਈ ਖਤਰਾ ਸਮਝਿਆ, ਕਿਸੇ ਨੂੰ ਸਿਕਿਉਰਿਟੀ ਦੀ ਜ਼ਰੂਰਤ ਸਮਝੀ ਤਾਂ ਉਹਨਾਂ ਨੂੰ ਦਿੱਤੀ। ਅੱਜ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਸਮਝਦੀ ਹੈ ਵੀ 424 ਬੰਦਿਆਂ ਨੂੰ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਹੈਗੀ ਤਾਂ ਇਹ ਉਹਨਾਂ ਦਾ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਪ੍ਰੈਰੋਗੇਟਿਵ ਰਾਈਟ ਹੈ। ਜੇ ਕਾਂਗਰਸ ਪਾਰਟੀ ਸੀ ਕਿ ਤਾਂ ਉਹਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਨ੍ਹਾਂ ਨੂੰ ਸਿਕਿਉਰਿਟੀ ਦਿੱਤੀ ਔਰ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਿੱਤੀ, ਉਹਨਾਂ ਨੂੰ ਸੁਰੱਖਿਅਤ ਰੱਖਿਆ। ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੇਕਰ ਇਹਨਾਂ ਨੇ ਆਪਣੇ ਪ੍ਰੈਰੋਗੇਟਿਵ ਰਾਈਟ ਨੂੰ ਯੂਜ਼ ਕਰਦੇ ਹੋਏ ਜਾਂ ਮਿਸਯੂਜ਼ ਕਰਦੇ ਹੋਏ ਅੱਜ ਸਿਕਿਉਰਿਟੀ ਵਿਡਰਾ ਕੀਤੀ ਹੈ, ਉਹਦਾ ਜਿਹੜਾ ਰਿਜ਼ਲਟ ਹੈ ਉਹਦਾ ਕੁਝ ਸਮੇਂ ਬਾਅਦ ਆਏਗਾ ਨਾ, ਕਿ ਆਇਆ ਕਿ ਇਹ ਇਹਨਾਂ ਨੇ ਠੀਕ ਕੀਤਾ ਜਾਂ ਗਲਤ ਕੀਤਾ। ਅੱਜ ਦੀ ਤਰੀਕ ਵਿੱਚ ਸਮਝਿਆ ਇਹ ਜਾ ਰਿਹਾ, ਤੁਸੀਂ ਆਮ ਲੋਕਾਂ ਨਾਲ ਗੱਲ ਕਰਕੇ ਦੇਖੋ ਕਿ ਪੰਜਾਬ ਸਰਕਾਰ ਬਦਲੇ ਦੀ ਕਾਰਵਾਈ ਕਰ ਰਹੀ ਹੈ। ਅਸੀਂ ਇਹ ਕਹਿੰਦੇ ਆ ਵੀ ਐਸਾ ਲੱਗੇ ਹੀ ਨਾ ਲੋਕਾਂ ਨੂੰ ਕਿ ਪੰਜਾਬ ਸਰਕਾਰ ਬਦਲੇ ਦੀ ਕਾਰਵਾਈ ਕਰ ਰਹੀ ਹੈ, ਬਦਲਾਵ ਦੀ ਕਾਰਵਾਈ ਨਹੀਂ ਕਰ ਰਹੀ। ਵੀ ਇਹਨਾਂ ਨੂੰ ਜੇਕਰ ਇਹਨਾਂ ਨੇ ਕੀਤੀ ਹੈ ਤਾਂ ਸੁਰੱਖਿਆ ਦੇਣਾ ਵੀ ਇਹਨਾਂ ਦਾ, ਜੇਕਰ ਸੁਰੱਖਿਆ ਲੈਣਾ ਇਹਨਾਂ ਦਾ ਰਾਈਟ ਹੈ ਤਾਂ ਸੁਰੱਖਿਆ ਦੇਣਾ ਇਹਨਾਂ ਦਾ ਫਰਜ਼ ਵੀ। ਠੀਕ ਹੈ ਜੀ। ਤਾਂ ਸੁਰਜੀਤ ਸਿੰਘ ਜੀ, IGPC ਜਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ਿੰਮੇਵਾਰੀ ਤਾਂ ਲੈ ਲਈ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸੁਰੱਖਿਆ ਦੀ, ਪਰ ਜੇਕਰ ਆਪਾਂ ਦੇਖੀਏ ਪੰਜਾਬ ਪੁਲਿਸ ਦੇ ਜੋ ਮੁਲਾਜ਼ਮ ਨੇ, ਜੇਕਰ ਰੱਬ ਨਾ ਕਰੇ ਅਨਸੁਖਾਵੀ ਕੋਈ ਘਟਨਾ ਵਾਪਰ ਜੇ, ਕੋਈ ਭੀੜ ਪੈਂਦੀ ਹੈ ਤਾਂ ਪੰਜਾਬ ਪੁਲਿਸ ਦੇ ਕੋਲ ਅਥਾਰਟੀ ਹੁੰਦੀ ਹੈ, ਫਾਇਰ ਵੀ ਕਰ ਸਕਦੇ ਨੇ ਪੁਲਿਸ ਮੁਲਾਜ਼ਮ। ਤਾਂ ਹੁਣ ਸੁਰੱਖਿਆ ਦੀ ਜ਼ਿੰਮੇਵਾਰੀ IGPC ਮੈਂਬਰ ਦੇ ਵੱਲੋਂ ਲਈ ਗਈ ਹੈ, ਤਾਂ ਜੇਕਰ ਰੱਬ ਨਾ ਕਰੇ, ਅਸੀਂ ਤਾਂ ਨਹੀਂ ਚਾਹੁੰਦੇ, ਪਰ ਫਿਰ ਵੀ ਜੇਕਰ ਆਪਾਂ ਸੋਚੀਏ, ਅਨੁਮਾਨ ਲਾਈਏ, ਜੇਕਰ ਕੋਈ ਇਸ ਤਰੀਕੇ ਦੀ ਕੋਈ ਭੀੜ ਪੈ ਜਾਂਦੀ ਹੈ, ਕਿਤੇ ਅਸਲਾ ਦੀ ਜਾਂ ਫਾਇਰਿੰਗ ਦੀ ਜ਼ਰੂਰਤ ਪੈ ਜਾਂਦੀ ਹੈ, ਤਾਂ ਲੱਗਦਾ ਨਹੀਂ ਕਿ IGPC ਮੈਂਬਰਾਂ ਨੂੰ ਵੀ ਇਸ ਦਾ ਜੋ ਕਹਿ ਸਕਦੇ ਮਹਿੰਗਾ ਪੈ ਸਕਦਾ ਹੈ। ਇਹ तमाम ਗੱਲਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ, ਕੀ ਕਹਿਣਾ ਚਾਹੋਗੇ ਇਸ 'ਤੇ, ਕੀ ਸਪਸ਼ਟੀਕਰਨ ਹੈ ਤੁਹਾਡਾ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਇਹ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਿਕਿਉਰਿਟੀ ਜਿਹੜੀ ਆ ਉਹ ਸਾਡਾ ਪਹਿਲਾ ਫਰਜ਼ ਆ। ਬਿਲਕੁਲ, ਅਸੀਂ ਉਹਨੂੰ ਹਰ ਤਰੀਕੇ, ਜੇ ਸਰਕਾਰ ਨੇ ਇਹ ਗੱਲ ਫੈਸਲਾ ਲਿਆ
ਤੇ ਅਸੀਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਔਰ ਸਾਰਾ ਸਿੱਖ ਸਮਾਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨਾਲ ਖੜਾ ਆ। ਔਰ ਜੇ ਸਾਨੂੰ ਉਹਦੇ ਲਈ ਕੋਈ ਮੁਸ਼ਕਲ ਵੀ ਆਉਂਦੀ ਆ ਤੇ ਅਸੀਂ ਉਹ ਝੱਲਣ ਨੂੰ ਤਿਆਰ ਆ। ਜੇ ਸਰਕਾਰਾਂ ਵੇਖੋ, ਇਹ ਆ ਬਾਰਡਰ ਸਟੇਟ, ਇਸ ਬਾਰਡਰ ਸਟੇਟ 'ਚ ਬਹੁਤ ਕੁਝ ਵਾਪਰਦਾ। ਸਾਡੇ ਗੁਆਂਢੀ ਦੇਸ਼ ਵਿੱਚ ਬੈਠਾ ਉਹ ਵੀ ਬਹੁਤ ਕੁਝ ਕਰ ਰਿਹਾ। ਔਰ ਇਸ ਕਰਕੇ ਮੈਨੂੰ ਨਹੀਂ ਸਮਝ ਲੱਗੀ ਵੀ ਇਹ ਬਦਲਾਅ ਵਾਲੀ ਸਰਕਾਰ ਨੇ ਬਦਲੇ ਦੀ ਭਾਵਨਾ ਲੈ ਆਂਦੀ ਆ ਔਰ ਇਹ ਮਹਿਸੂਸ ਨਹੀਂ ਕਰਦੇ ਜੇ ਕੱਲ ਨੂੰ ਕੋਈ ਇੱਥੇ ਵੇਖੋ ਇਹਨਾਂ 424 ਬੰਦਿਆਂ ਦੀ ਸਿਕਿਉਰਿਟੀ ਵਾਪਸ ਲਈ ਆ। ਹਾਂ, ਇਹਨਾਂ ਨੂੰ ਸਿਕਿਉਰਿਟੀ ਉਹਦਾ ਸਮੀਖਿਆ ਕਰਾਉਂਦੇ, ਸਮੀਖਿਆ ਕਰਾ ਕੇ ਉਹਦੀ ਸਿਕਿਉਰਿਟੀ ਵੇਖਦੇ, ਜਿਹਦੀ ਵਾਪਸ ਲੈਣ ਵਾਲੀ ਉਹਦੀ ਵਾਪਸ ਲੈਂਦੇ, ਜਿਹਦੀ ਨਹੀਂ ਲੈਣ ਵਾਲੀ ਉਹਨੂੰ ਸਿਕਿਉਰਿਟੀ, ਜੇ ਕਿਸੇ ਕੋਲ 11 ਬੰਦੇ ਉਹਨੂੰ 2 ਦੇ ਦਿਓ, 3 ਦੇ ਦਿਓ, ਸਿਕਿਉਰਿਟੀ ਉਹਦੀ ਹੋਣੀ ਚਾਹੀਦੀ ਹੈ। ਕਿਉਂਕਿ ਉਹਨਾਂ ਨੇ ਜੇ ਕੋਈ ਪੋਲੀਟੀਕਲ MLA ਰਿਹਾ, ਕੋਈ ਮੈਂਬਰ ਪਾਰਲੀਮੈਂਟ ਰਿਹਾ, ਇਹ ਪੁਰਾਣਿਆਂ ਸਮਾਂ 'ਚ ਇਸ ਸੂਬੇ 'ਚ ਬੜੇ ਹਾਲਾਤ ਮਾੜੇ ਰਹੇ ਆ। ਉਸ ਵੇਲੇ ਦੇ ਸਮੇਂ ਨੂੰ ਯਾਦ ਕਰਦੇ ਆ। ਜੇ ਅੱਜ ਕੋਈ ਇੱਥੇ ਮਿਸਹੈਪਨਿੰਗ ਹੁੰਦੀ ਆ ਤੇ ਇਹ ਸਰਕਾਰ ਦਾ ਕੀ ਰੋਕ ਹੋਊਗਾ? ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣੂਗੀ। ਜਿਹੜੀ ਸਰਕਾਰ ਇਸ ਗੱਲ ਨੂੰ ਪਈ ਆ ਕਿ ਪੋਲੀਟੀਕਲ ਲੀਡਰਾਂ ਦੀ ਵੀ ਖੋਲੋ, ਤੇ ਜਿਹੜੇ ਸਾਡੇ ਪੌਪ ਨੇ, ਸਾਡੀ ਮਹਾਨ ਹਸਤੀ ਨੇ, ਉਹਨਾਂ ਦੀਆਂ ਸਿਕਿਉਰਿਟੀਆਂ ਵੀ ਖੋਲੋ। ਤੇ ਜਦੋਂ ਇਹ ਖੋਲਣਗੇ ਅਸੀਂ ਇਹਨਾਂ ਦਾ ਤਰਲਾ ਮਾਰ ਨਹੀਂ ਜਾਣਾ। ਬਿਲਕੁਲ ਸਿੰਘ ਸਾਹਿਬ ਨੇ ਤੇ 3 ਵਾਪਸ ਲਏ ਸੀ, 3 ਉਹਨਾਂ ਉਤਰਾ ਵਾਪਸ ਭੇਜਦੇ ਆ। ਸਿੰਘ ਸਾਹਿਬ, ਗਿਆਨੀ ਰਘਬੀਰ ਸਿੰਘ, ਉਹਨਾਂ ਨੂੰ ਵਾਪਸ ਭੇਜਦੇ ਆ। ਸੋ ਸਾਡੀ ਬੇਨਤੀ ਆ ਵੀ ਅਸੀਂ ਸਮਰੱਥ ਆ, ਅਸੀਂ ਪੂਰੀ ਸਿਕਿਉਰਿਟੀ ਕਰਾਂਗੇ ਤੇ ਜੇ ਸਾਨੂੰ ਕੋਈ ਇਹਦੇ ਵਾਸਤੇ ਮੁਸ਼ਕਲ ਵੀ ਆਉਂਦੀ ਫਿਰ ਅਸੀਂ ਚੱਲਾਂਗੇ। ਬਿਲਕੁਲ ਜੀ, ਸਾਨੂੰ ਇਹ ਅਸੀਂ ਮਹਿਸੂਸ ਕਰਦੇ ਹਾਂ ਜੀ। ਬਿਲਕੁਲ ਸੁਰਜੀਤ ਸਿੰਘ ਜੀ, ਇੱਕ ਗੱਲ ਮੈਂ ਵਿੱਚ ਐਡ ਕਰ ਦਿੰਦਾ ਕਿ ਗੁਰੂ ਸਾਹਿਬ ਵੀ ਕਹਿੰਦੇ ਸੀ ਕਿ ਸਿੱਖ ਕੌਮ ਹੈ ਜੋ ਤਾਂ ਹਰ ਸਿੱਖ ਆਪਣੀ ਹਿਫਾਜ਼ਤ ਕਰਨੀ ਵੀ ਜਾਣਦਾ। ਬਿਲਕੁਲ, ਤਾਂ ਜੀ ਜੀ ਬੇਨਤੀ ਹੈ ਜੀ, ਆ ਜਿਸ ਸਟੇਟ 'ਚ ਅਸੀਂ ਬੈਠੇ ਆ, ਮੈਂ ਪਹਿਲਾਂ ਕਿਹਾ ਬਾਰਡਰ ਸਟੇਟ ਆ, ਜੇ ਇੱਥੋਂ ਹਮਲਾ ਹੁੰਦਾ ਆ ਪਾਕਿਸਤਾਨ ਤੋਂ ਤੇ ਅੱਗੇ ਅਸੀਂ ਬੈਠੇ ਆ ਤੇ ਦਿੱਲੀ ਬਚਦੀ ਆ। ਅਸੀਂ ਡਟ ਕੇ ਸਰਹੱਦਾਂ ਦੀ ਰਾਖੀ ਕਰਦੇ ਆ। ਜੇ ਚਾਈਨਾ 'ਚ ਆ ਤੇ ਸਾਡੇ ਬੱਚੇ ਜਿਹੜੇ ਉਹ ਚਾਈਨਾ ਤੇ ਬੈਠੇ ਆ, ਰਾਖੀ ਕਰਦੇ ਆ। ਅਸੀਂ ਕੌਮ 'ਚ ਜੇ ਤੁਸੀਂ ਪਿੱਛੇ ਝਾਤੀ ਮਾਰ ਲਓ ਤੇ 1696 'ਚ ਉਹਦੇ ਤੋਂ ਲੈ ਕੇ ਹੁਣ ਤੱਕ ਸਾਡੇ ਗੁਰੂ ਸਾਹਿਬਾਨ, ਸਾਡੇ ਯੋਧੇ ਅਬਦਾਲੀ ਨਾਲ ਲੜਨ ਦੀ ਕੋਸ਼ਿਸ਼ ਹੋਈ, ਗੱਲ ਤੇ ਅਬਦਾਲੀ ਨਾਲ ਲੜਿਆ। ਹਰ ਕੌਮ ਕੇ ਆਪਣੇ ਦੇਸ਼ ਦੀ ਰੱਖਿਆ ਕੀਤੀ ਆ। ਗੁਰੂ ਸਾਹਿਬ ਨੇ 9ਵੇਂ ਗੁਰੂ ਸਾਹਿਬ ਨੇ ਆਪਣਾ ਸੀਸ ਦੇ ਕੇ, ਇਹ ਬਲੀਦਾਨ ਦੇ ਕੇ ਦਿੱਲੀ ਨੂੰ ਬਚਾਇਆ। ਠੀਕ ਹੈ ਜੀ, ਬਹੁਤ ਵੱਡੀ ਗੱਲ ਕੀਤੀ ਹੈ। ਜੀ ਜੀ ਜੀ, ਬਿਲਕੁਲ ਇਸ ਕਰਕੇ ਅਸੀਂ ਜਾਣਦੇ ਹਾਂ ਆਪਣੀ ਸਿਕਿਉਰਿਟੀ ਕਰਨੀ ਵੀ, ਅਸੀਂ ਸਭ ਕੁਝ ਕਰਨਾ, ਪਰ ਅਸੀਂ ਦੇਸ਼ ਲਈ ਸਮਰਪਿਤ ਹਾਂ, ਅਸੀਂ ਦੇਸ਼ ਤੋਂ ਬਾਹਰ ਨਹੀਂ। ਜੀ ਜੀ, ਪਰ ਜੇ ਕੋਈ ਪਾਰਟੀ ਇਹ ਸੋਚੇ ਵੀ ਇਹ ਸਾਡੀ ਰਹਿਮਤ ਤੇ ਬੈਠੇ ਆ, ਜੇ ਸਾਡੇ ਅਸੀਂ ਰਹਿਮ ਕਰਾਂਗੇ ਤੇ ਫਿਰ ਗੱਲ ਬਣਨੀ ਆ, ਇਹ ਇਹਨਾਂ ਦਾ ਆਪਣਾ ਭੁਲੇਖਾ ਕਰ ਦੇਣ। ਅਸੀਂ ਸਿਕਿਉਰਿਟੀ ਕਰਨੀ ਜਾਣਦੇ ਆ। ਸਾਰਾ ਸਿੱਖ ਕੌਮ ਜਿਹੜੀ ਹੈ ਇਹਨਾਂ ਦੀ, ਸਿੰਘ ਸਾਹਿਬ ਦੀ ਸਿਕਿਉਰਿਟੀ ਬੈਠੇ ਸਾਡੇ ਸਤਿਕਾਰਯੋਗ ਆ ਔਰ ਇਹਨਾਂ ਦਾ ਸਤਿਕਾਰ ਇਸੇ ਤਰ੍ਹਾਂ ਬਹਾਰ ਰਹੂ, ਭਾਵੇਂ ਸਾਨੂੰ ਕੋਈ ਉਸ ਲਈ ਕੁਰਬਾਨੀ ਵੀ ਕਰਨੀ ਪਵੇ। ਠੀਕ ਹੈ ਸੁਰਜੀਤ ਸਿੰਘ ਜੀ। ਤਾਂ ਨਰੰਗ ਜੀ, ਜਿਸ ਤਰੀਕੇ ਤੁਸੀਂ ਪਹਿਲਾਂ ਵੀ ਕਿਹਾ, ਇਹੀ ਚਰਚਾ ਹੋਈ ਹੈ ਤਮਾਮ ਪਾਰਟੀ ਦੇ ਆਗੂਆਂ ਦੇ ਨਾਲ ਵੀ ਕਿ ਜੇਕਰ ਰੱਬ ਨਾ ਕਰੇ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ, ਹੁਣ ਸੁਰੱਖਿਆ ਕਰਮੀ ਦਾ ਵਾਪਸ ਲਏ ਨੇ, ਤਾਂ ਉਸ ਦੀ ਜ਼ਿੰਮੇਵਾਰੀ ਕੌਣ ਲਏਗਾ? ਜ਼ਿੰਮੇਵਾਰੀ ਲੈਣ ਦੇ ਲਈ ਵੀ ਆਮ ਆਦਮੀ ਪਾਰਟੀ ਨੇ ਹੁਣ ਹੱਥ ਖੜਾ ਕਰਨਾ ਚਾਹੀਦਾ ਸੀ ਕਿ ਜੇਕਰ ਜੋ ਕੋਈ ਗੱਲ ਵਾਪਰਦੀ ਹੈ ਤਾਂ ਅਸੀਂ ਹੈਗੇ ਹਾਂ, ਉਸ ਦੇ ਲਈ ਵੀ ਕੋਈ ਯੋਜਨਾ ਬਣਾਈ ਹੋਣੀ ਚਾਹੀਦੀ ਸੀ। ਤਾਂ ਨਰੰਗ ਜੀ, ਜੇਕਰ ਕੋਈ ਜ਼ਰੂਰਤ ਪੈ ਜਾਵੇ, ਰੱਬ ਨਾ ਕਰੇ ਕੋਈ ਇਸ ਤਰੀਕੇ ਦੀ ਘਟਨਾ ਵਾਪਰ ਜਾਵੇ ਕਿ ਜਿਸ ਦੇ ਵਿੱਚ ਇਹ ਪਤਾ ਲੱਗੇ ਕਿ ਸੁਰੱਖਿਆ ਕਰਮੀਆਂ ਦੀ ਘਾਟ ਦੇ ਕਾਰਨ ਕਿਸੇ ਸ਼ਖਸ ਤੇ ਕੀ ਇਹ ਗੱਲ ਹੋਈ ਹੈ, ਤਾਂ ਫਿਰ ਕੋਈ ਬੀਜੇਪੀ ਦੇ ਵੱਲੋਂ ਐਕਸ਼ਨ ਲਿਆ ਜਾਵੇਗਾ? ਫਿਰ ਕੋਈ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਜਾਵੇਗੀ? तो सर, ਭਾਰਤੀ ਜਨਤਾ ਪਾਰਟੀ ਤਾਂ ਪਹਿਲੇ ਦਿਨ ਤੋਂ ਕਹਿ ਰਹੀ ਹੈ ਕਿ ਇਹ ਜਿਹੜੀ ਸਰਕਾਰ ਆ ਗੈਰ ਸੰਵਿਧਾਨਕ ਤਰੀਕੇ ਨਾਲ day one ਤੋਂ ਕੰਮ ਕਰ ਰਹੀ ਆ। ਇਹ ਸਰਕਾਰ ਨੂੰ ਆਪਣੇ ਕੰਮਕਾਜ ਦੇ ਤਰੀਕੇ ਸੁਧਾਰਨ ਦੀ ਗੱਲ ਆ, ਤਰੀਕੇ ਸੁਧਾਰਨ ਦੀ ਲੋੜ ਆ। ਦੇਖੋ, ਸਿਕਿਉਰਿਟੀ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ, ਮੈਂ ਇਸ ਚੀਜ਼ ਨੂੰ ਮੰਨਦਾ ਵਾ ਕਿ ਕੁਝ ਲੋਕਾਂ ਨੇ ਸਿਕਿਉਰਿਟੀ ਬਿਨਾਂ ਕਿਸੇ ਮਤਲਬ ਦੇ ਲਈ ਉਹਦੀ ਉਹਨਾਂ ਨੂੰ ਦੁਰਵਰਤੋਂ ਹੋਈ ਹੈ, ਕਈਆਂ ਨੇ ਦੁਰਵਰਤੋਂ ਕੀਤੀ ਹੈ ਸਿਕਿਉਰਿਟੀ। ਨਹੀਂ ਮਨਪ੍ਰੀਤ ਜੀ, ਮੇਰੀ ਗੱਲ, ਪਰ ਆਪਾਂ ਨੂੰ ਇਹਨੂੰ ਬ੍ਰੌਡਰ ਪ੍ਰਸਪੈਕਟਿਵ 'ਚ ਦੇਖਣਾ ਚਾਹੀਦਾ। ਜੇ 100 ਬੰਦਿਆਂ ਦੇ ਵਿੱਚੋਂ 5 ਲੋਕਾਂ ਨੇ ਸਿਕਿਉਰਿਟੀ ਦੀ ਦੁਰਵਰਤੋਂ ਕਰ ਰਹੇ ਨੇ ਤੇ 95 ਲੋਕ ਉਹ ਨੇ ਜਿਨ੍ਹਾਂ ਨੂੰ ਵਾਕਈ ਹੀ ਜ਼ਰੂਰਤ ਆ, ਤੇ ਆਪਾਂ ਨੂੰ ਕਿਸੇ ਵੇਲੇ 95 ਲੋਕਾਂ ਦਾ ਫਾਇਦਾ ਦੇਖਣ ਲਈ
ਪੰਜ ਲੋਕਾਂ ਨੂੰ ਇਗਨੋਰ ਜੀ। ਵੀ ਕਰਨਾ ਪੈਂਦਾ ਬਿਲਕੁਲ। ਔਰ ਜੇ ਕੋਈ ਅਣਸੁਖਾਵੀ ਬਿਲਕੁਲ ਘਟਨਾ ਹੋਵੇ ਨਿਰੰਗ ਜੀ, ਉਹਦੀ ਆਮ ਤਾਂ ਮੈਂ ਆਦਮੀ ਬੇਨਤੀ ਪਾਰਟੀ ਕਰਨਾ ਦੀ ਤੁਹਾਨੂੰ ਸਰਕਾਰ ਚਾਹਾਂਗਾ ਜ਼ਿੰਮੇਵਾਰ ਕਿ ਆਪਣੇ ਕੋਲ ਸਮੇਂ ਦੀ ਥੋੜੀ ਘਾਟ ਹੈ, 1 ਮਿੰਟ ਦੇ ਵਿੱਚ ਹੀ ਆਪਣੀ ਗੱਲ ਪੂਰੀ ਕਰ ਦਿਓ ਤਾਂ ਬਿਹਤਰ ਹੋਵੇਗਾ। ਮਨਪ੍ਰੀਤ ਜੀ, ਮੈਂ ਇਹ ਕਹਿ ਰਿਹਾ ਕਿ ਇਹਨਾਂ ਨੂੰ ਕੁਝ ਵੀ ਦੇਖੋ, ਇੰਟੈਲੀਜੈਂਸ ਦੀ ਰਿਪੋਰਟ ਤੇ ਤੁਸੀਂ ਕਰ ਸਕਦੇ ਹੋ ਫੇਰ ਬਦਲ, ਪਰ ਤੁਹਾਨੂੰ ਉਹਦੇ ਬ੍ਰੌਡਰ ਪ੍ਰੋਸਪੈਕਟਿਵ ਦੇਖਣੇ ਚਾਹੀਦੇ ਆ। ਧਾਰਮਿਕ ਗੁਰੂਆਂ ਦੀ ਆਪਾਂ ਉਹਨਾਂ ਦੇ ਇੰਨੇ ਫਾਲੋਅਰ ਜਿੱਥੇ ਹੁੰਦੇ ਨੇ, ਉੱਥੇ ਉਹਨਾਂ ਦੇ ਵਿਰੋਧੀ ਲੋਕ ਵੀ ਹੁੰਦੇ ਨੇ, ਜੀ। ਤੇ ਕਿਤੇ ਨਾ ਕਿਤੇ ਜੋ ਇਹਨਾਂ ਨੇ ਫੈਸਲਾ ਕੀਤਾ ਉਹ ਉਹਨੂੰ ਰਾਜਨੀਤੀ ਨਾਲ ਪ੍ਰੇਰਿਤ ਆ, ਔਰ ਇਹਦੇ ਪੰਜਾਬ ਦੀ ਜਨਤਾ ਦਾ ਜਾਂ ਪੰਜਾਬ ਦੇ ਜਿਹੜੇ ਧਾਰਮਿਕ ਗੁਰੂ ਨੇ ਜਾਂ ਕਿਤੇ ਹੋਰ ਸਾਡੀ ਧਾਰਮਿਕ ਜਥੇਬੰਦੀਆਂ ਨੇ, ਤੇ ਜੇ ਕੋਈ ਨੁਕਸਾਨ ਹੋਏਗਾ ਤਾਂ ਉਹਦੀ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਜੀ ਸਰਕਾਰ। ਠੀਕ ਹੈ ਨਿਰੰਗ ਜੀ, ਬਹੁਤ ਬਹੁਤ ਧੰਨਵਾਦ। ਤੇ ਬਾਕੀ ਵੀ ਹੋਰ ਮਹਿਮਾਨਾਂ ਨੇ ਜਿਨ੍ਹਾਂ ਨੇ ਆਪਣੀ ਪਾਰਟੀ ਦਾ ਪੱਖ ਰੱਖਿਆ ਹੈ, ਪੰਜਾਬ ਦੇ ਲੋਕਾਂ ਦੇ ਸਵਾਲ ਦਿੱਤੇ ਨੇ, ਕਿਉਂਕਿ ਕਈ ਜਹਨ ਦੇ ਵਿੱਚ ਸੀ ਸਵਾਲ, ਉਹਨਾਂ ਸਵਾਲਾਂ ਦੇ ਜਵਾਬ ਚਾਹੁੰਦੇ ਸੀ ਪੰਜਾਬ ਦੇ ਲੋਕ। ਤਾਂ ਤਮਾਮ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇੰਡੀਆ ਨਿਊਜ਼ ਪੰਜਾਬ ਤੇ ਅੱਜ ਜੁੜੇ ਨੇ ਤੇ ਆਪਣੀ ਪਾਰਟੀ ਦਾ ਪੱਖ ਰੱਖਦੇ ਹੋਏ ਨਜ਼ਰ ਆਏ ਨੇ, ਤੇ ਕੁੱਲ ਮਿਲਾ ਕੇ ਕਹਿੰਦੇ ਹੋਏ ਨਜ਼ਰ ਆਏ ਨੇ ਪਾਰਟੀਆਂ ਦੇ ਆਗੂ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਫੈਸਲਾ। ਤੇ ਐਜੀਪੀਸੀ ਮੈਂਬਰ ਕਹਿੰਦੇ ਨੇ ਕਿ ਸਾਨੂੰ ਜ਼ਰੂਰਤ ਹੀ ਨਹੀਂ ਹੈ ਸਿੰਘ ਸਾਹਿਬ ਜਾਣੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੀ ਜੋ ਸਰਕਾਰੀ ਸੁਰੱਖਿਆ ਦੀ ਐਜੀਪੀਸੀ ਦੇ ਮੈਂਬਰ ਹੈਗੇ ਨੇ, ਨੌਜਵਾਨ ਹੈ ਨੇ ਜੋ ਸੁਰੱਖਿਆ ਕਰਨ ਦੇ ਲਈ ਤਿਆਰ ਨੇ। ਤੇ ਉਸ ਤੋਂ ਬਾਅਦ 424 ਵੀਆਈਪੀ ਇਹੋ ਜਿਹੇ ਵਿਅਕਤੀ ਨੇ ਜਿਨ੍ਹਾਂ ਦੀ ਸੁਰੱਖਿਆ ਦੇ ਵਿੱਚ ਜੋ ਕੈਂਚੀ ਫੇਰੀ ਗਈ ਹੈ, ਸੁਰੱਖਿਆ ਘਟਾਈ ਗਈ ਹੈ। ਤੇ तमाम ਦਰਸ਼ਕਾਂ ਨੇ ਵੀ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ, ਅਸੀਂ ਫਿਰ ਉਹਨਾਂ ਦਾ ਇੱਕ ਵਾਰ ਧੰਨਵਾਦ ਕਰ ਦਿੰਦੇ ਹਾਂ ਜਿਨ੍ਹਾਂ ਨੇ ਆਪਣੀ ਆਪਣੀ ਪਾਰਟੀ ਦਾ ਪੱਖ ਰੱਖਿਆ। ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਜੋ ਸੁਰੱਖਿਆ ਨੂੰ ਲੈ ਕੇ ਐਜੀਪੀਸੀ ਮੈਂਬਰ ਸੀ ਸੁਰਜੀਤ ਸਿੰਘ, ਉਹਨਾਂ ਨੇ ਪੱਖ ਰੱਖਿਆ, ਉਹਨਾਂ ਦਾ ਵੀ ਧੰਨਵਾਦ। ਭਾਜਪਾ ਤੋਂ ਐਡਵੋਕੇਟ ਨਿਰੰਗ ਸੀ, ਉਹਨਾਂ ਦਾ ਵੀ ਧੰਨਵਾਦ। ਤੇ ਕਾਂਗਰਸ ਪਾਰਟੀ ਤੋਂ ਵਿਨੋਦ ਭਾਰਤੀ ਜੁੜੇ ਹੋਏ ਸੀ, ਉਹਨਾਂ ਨੇ ਵੀ ਕਾਂਗਰਸ ਪਾਰਟੀ ਦਾ ਪੱਖ ਰੱਖਿਆ, ਧੰਨਵਾਦ ਉਹਨਾਂ ਦਾ ਵੀ ਹੈ। ਤੇ ਫਿਰ ਮੌਕਾ ਮਿਲਿਆ ਤਾਂ ਇਹਨਾਂ ਦੇ ਨਾਲ ਫਿਰ ਰਾਬਤਾ ਕਾਇਮ ਕਰਾਂਗੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਕਰਨ ਦੇ ਲਈ, ਕਿਉਂਕਿ ਕੋਸ਼ਿਸ਼ ਇਹੀ ਹੁੰਦੀ ਹੈ ਹਮੇਸ਼ਾ ਜੋ ਮੁੱਦਾ ਉੱਭਰਦਾ ਉਸ ਨੂੰ ਲੈ ਕੇ ਚਰਚਾ ਕਰੀਏ। ਤਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਜੋ 6 ਦੇ ਵਿੱਚੋਂ 3 ਸੁਰੱਖਿਆ ਕਰਮੀ ਵਾਪਸ ਲਏ ਸੀ, ਤਾਂ ਉਸ ਤੋਂ ਬਾਅਦ ਉਹਨਾਂ ਨੇ ਜੋ ਰਹਿੰਦੀ ਸੁਰੱਖਿਆ ਕਰਮੀ ਸੀ ਉਹ ਵੀ ਵਾਪਸ ਕਰ ਦਿੱਤੇ ਸਰਕਾਰ ਨੂੰ। ਕਹਿੰਦੇ ਨੇ ਕਿ ਸਾਨੂੰ ਜ਼ਰੂਰਤ ਹੀ ਨਹੀਂ ਹੈ ਸਰਕਾਰੀ ਸੁਰੱਖਿਆ ਦੀ। ਤਾਂ ਬਿਆਨ ਦਿੰਦੇ ਆ ਹਰਪ੍ਰੀਤ ਸਿੰਘ ਜਥੇਦਾਰ ਗਿਆਨੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਕੀ ਕੁਝ ਕਿਹਾ, ਇੱਕ ਵਾਰੀ ਉਹ ਵੀ ਫੇਰ ਸੁਣ ਲੈਂਦੇ ਆ। ਮੈਨੂੰ ਤਾਂ ਕੋਈ ਬਹੁਤਾ ਪਤਾ ਨਹੀਂ ਹੈ, ਕੋਈ ਮੁੰਡੇ ਦੱਸਦੇ ਆ ਵੀ ਫੋਨ ਆਇਆ ਕਿ ਸਾਨੂੰ ਵਾਪਸ ਬੁਲਾਇਆ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਬਾਕੀ ਜਿਹੜੇ ਅੱਧੀ ਜਿਹੜੀ ਸੀਗੀ ਕੁਝ ਮੁੰਡੇ ਸੀਗੇ ਉਹ ਅਕਾਲ ਤਖਤ ਸਾਹਿਬ ਵੱਲੋਂ ਮੈਂ ਸੈਕਟਰੀ ਨੂੰ ਕਹਿਤਾ ਕਿ ਸਰਕਾਰ ਨਾਲ ਗੱਲ ਕਰਕੇ ਇਹ ਜਿਹੜੇ ਹੈਗੇ ਆ ਇਹ ਵੀ ਵਾਪਸ ਜਿਹੜੇ ਆ ਉਹ ਲੈ ਜਾਣ, ਕਿਉਂਕਿ ਸਾਨੂੰ ਕਿਸੇ ਸਿਕਿਉਰਿਟੀ ਦੀ ਖਾਸ ਤੌਰ ਤੇ ਪੰਜਾਬ ਸਰਕਾਰ ਦੀ ਸਿਕਿਉਰਿਟੀ ਦੀ ਜਿਹੜੀ ਹੈ ਲੋੜ ਨਹੀਂ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਭਲਾ ਹੋਆ ਮੇਰਾ ਚਰਖਾ ਟੁੱਟਾ ਜਿੰਦਾ ਜ਼ੱਬੋ ਛੁੱਟੀ। ਖਾਲਸਾ ਪੰਥ ਸਾਡੇ ਸਿੱਖ ਨੌਜਵਾਨ ਸਿਕਿਉਰਿਟੀ ਕਰਨ ਲਈ ਕਾਫੀ ਹੈ, ਪੰਜਾਬ ਸਰਕਾਰ ਦੀ ਕੋਈ ਸਿਕਿਉਰਿਟੀ ਦੀ ਲੋੜ ਨਹੀਂ। ਜਿਹੜੀ ਬਾਕੀ ਹੈਗੀ ਉਹ ਅਸੀਂ ਖੁਦ ਵਾਪਸ ਕਰ ਰਹੇ। ਮੇਰੇ ਕੋਲ 5-6 ਬੰਦੇ ਸੀ ਜਿਹਦੇ ਚੋਂ ਅੱਧੇ ਵਾਪਸ ਲੈ ਲਏ, ਅੱਧੇ ਅਸੀਂ ਖੁਦ ਵਾਪਸ ਕਰ ਰਹੇ। ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੁਸੀਂ ਸੁਣੇ ਨੇ। ਤਾਂ ਇਸ ਬਾਬਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਣੀ ਕਿ ਐਜੀਪੀਸੀ ਉਹਨਾਂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਤੇ ਜ਼ਿੰਮੇਵਾਰੀ ਐਜੀਪੀਸੀ ਨੇ ਲਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸੁਰੱਖਿਆ ਦੀ। ਤੇ ਐਜੀਪੀਸੀ ਨੇ ਵੀ ਕਹਿ ਦਿੱਤਾ ਕਿ ਜ਼ਰੂਰਤ ਹੀ ਨਹੀਂ ਹੈ ਸਰਕਾਰੀ ਸੁਰੱਖਿਆ ਦੀ। ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੀ ਬਿਆਨ ਤੁਸੀਂ ਸੁਣੇ ਨੇ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨ, ਪੰਜਾਬ ਦੇ ਸਿੱਖ ਨੌਜਵਾਨ ਹੈਗੇ ਨੇ ਜੋ ਹਿਫਾਜ਼ਤ ਕਰਨ ਦੇ ਲਈ। ਤੇ ਉਸ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਵੱਖ-ਵੱਖ ਪ੍ਰਤੀਕਿਰਿਆ ਦਿੱਤੀ ਹੈ। ਕੁਝ ਪਾਰਟੀ ਦੇ ਆਗੂ ਕਹਿੰਦੇ ਨੇ ਕਿ ਬਾਰਡਰ ਸਟੇਟ ਆ, ਬਾਰਡਰ ਸਟੇਟ ਹੋਣ ਦੇ ਨਾਤੇ ਸੁਰੱਖਿਆ ਜ਼ਰੂਰੀ ਸੀ, ਕਿ ਇਹੋ ਜਿਹੇ ਰਾਜਨੀਤਿਕ ਆਗੂ ਸੀ ਕਿ ਜਿਨ੍ਹਾਂ ਨੇ ਕਾਲੇ ਦੌਰ ਨੂੰ ਹੰਡਾਇਆ ਹੋਇਆ, ਕਿ ਉਹਨਾਂ ਦੀ ਸੁਰੱਖਿਆ ਵਾਪਸ ਲੈਣਾ ਕਿਤੇ ਨਾ ਕਿਤੇ ਉਹਨਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਉਣਾ। ਤੇ ਬੀਜੇਪੀ ਦੇ ਆਗੂ ਨੇ ਵੀ ਕਿਹਾ ਕਿ ਜੇਕਰ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ, ਕੋਈ ਮਿਸਹੈਪਨ ਹੁੰਦਾ ਹੈ, ਤਾਂ ਸਿਕਿਉਰਿਟੀ ਦੀ ਘਾਟ ਦੇ ਕਾਰਨ ਜੇਕਰ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਫਿਰ ਆਮ ਆਦਮੀ ਪਾਰਟੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ ਜਾਂ ਨਹੀਂ। ਤੇ ਦੂਜੇ ਪਾਸੇ ਇਹਨਾਂ ਸਾਰਿਆਂ ਸਵਾਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਵਾਬ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਇਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਦੇਵੇ ਜਿਹੜੇ ਸਵਾਲ ਖੜੇ ਕੀਤੇ ਗਏ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਵੱਲੋਂ। ਤੇ ਆਮ ਆਦਮੀ ਪਾਰਟੀ ਦੀ ਸੁਰੱਖਿਆ ਵਾਪਸ ਲੈਣ ਦਾ ਇਹੀ ਮਕਸਦ ਹੈ ਕਿ ਇਹ ਜੋ ਸੁਰੱਖਿਆ ਕਰਮੀ ਨੇ 424 ਵੀਆਈਪੀ ਲੋਕਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ, ਜਿਸ ਦੇ ਵਿੱਚ ਲਿਸਟ ਦੇ ਵਿੱਚ ਲਿਖੇ ਹੋਏ ਨੇ ਇਕੱਲੇ ਜੋ ਵਿਅਕਤੀ ਦੇ ਨਾਮ। ਤੇ ਨਾਲ ਲੱਗਦੀ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਕਿ ਇਹ ਜੋ ਸੁਰੱਖਿਆ ਕਰਮੀ ਵਾਪਸ ਲਏ ਜਾ ਰਹੇ ਨੇ, ਇਹਨਾਂ ਸੁਰੱਖਿਆ ਕਰਮੀਆਂ ਨੂੰ ਪੰਜਾਬ ਦੀ ਸਹੂਲਤ ਦੇ ਲਈ, ਪੰਜਾਬ ਦੇ ਲੋਕਾਂ ਦੇ ਲਈ ਵਰਤਿਆ ਜਾਵੇਗਾ, ਕਿ ਉਹ ਪੰਜਾਬ ਦੇ ਲੋਕਾਂ ਦੀ ਸਹਾਇਤਾ ਕਰਨਗੇ, ਨਾ ਕਿ ਰਾਜਨੀਤਿਕ ਜਾਂ ਵੀਆਈਪੀ ਜੋ ਵਿਅਕਤੀਆਂ ਦੀ। ਤੇ ਕਿਉਂਕਿ ਕਈ ਵਿਅਕਤੀ ਵਿੱਚ ਆਪਾਂ ਦੇਖਿਆ ਇਹੋ ਜਿਹੇ ਵੀ ਸੀ
ਕਿ ਜਿਨ੍ਹਾਂ ਨੂੰ ਨਜਾਇਜ਼ ਤੌਰ ਤੇ ਜਾਣੀ ਕਿ ਬਿਨਾਂ ਕਿਸੇ ਮਤਲਬ ਤੋਂ ਸੁਰੱਖਿਆ ਦਿੱਤੀ ਹੋਈ ਸੀ, ਸੁਰੱਖਿਆ ਕਰਮੀ ਉਹਨਾਂ ਦੇ ਨਾਲ ਹੁੰਦੇ ਸੀ ਕਿਉਂਕਿ ਉਹ ਬਹੁਤੀਆਂ ਵੱਡੀਆਂ ਸ਼ਖਸੀਅਤਾਂ ਨਹੀਂ ਸੀ, ਇਸੇ ਕਰਕੇ ਉਹਨਾਂ ਨੂੰ ਸੁਰੱਖਿਆ ਕਰਮੀਆਂ ਦੀ ਕੋਈ ਜ਼ਰੂਰਤ ਨਹੀਂ ਹੈ। ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਕਹੀ ਗਈ ਹੈ। ਤੇ ਇਸੇ ਤਰ੍ਹਾਂ ਫਿਰ ਹੋਰ ਕਿਸੇ ਮੁੱਦੇ ਨੂੰ ਲੈ ਕੇ, ਉੱਭਰਦੇ ਮੁੱਦੇ ਨੂੰ ਲੈ ਕੇ ਚਰਚਾ ਕਰਾਂਗੇ। ਤੇ ਫਿਲਹਾਲ ਇੰਨਾ ਹੀ। ਹੋਰ ਖਬਰਾਂ ਦੇ ਲਈ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ, ਤੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।